ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 298 ਤੇ ਹੇਠੋਂ ਤੀਸਰੀ ਭਗਤੀ ਹੈ। ਸ਼ਲੋਕ। 10 ਦਿਸ਼ ਖੋਜਤ ਮੈਂ ਫਿਰਿਓ, ਜਤ ਦੇਖੂੰ ਤਤ ਸੋਏ। ਮਨ ਬਸ ਆਵੈ ਨਾਨਕ, ਜੇ ਪੂਰਨ ਕਿਰਪਾ ਹੋਏ। ਕਹਿੰਦੇ ਮੈਂ 10 ਦਿਸ਼ਾਵਾਂ 'ਚ ਫਿਰਦਾ ਰਿਹਾ ਵੀ ਸ਼ਾਇਦ ਮੇਰਾ ਮਨ ਵਸ 'ਚ ਆ ਜਾਏ, ਪਰ ਇਹ ਵਸ 'ਚ ਨਹੀਂ ਆਇਆ। ਉਂਝ ਜਿੱਧਰ ਮੈਂ ਦੇਖਦਾ ਉੱਧਰ ਹੀ ਪਰਮਾਤਮਾ ਹੈ, ਪਰ ਮਨ ਵਸ 'ਚ ਨਹੀਂ ਆ ਰਿਹਾ। ਫਿਰ ਹੱਲ ਦੱਸਿਆ ਵੀ ਕਿਵੇਂ ਵਸ ਜਾਊਗਾ। ਮਨ ਬਸ ਆਵੈ ਨਾਨਕ, ਜੇ ਪੂਰਨ ਕਿਰਪਾ ਹੋਏ। ਜੇ ਪਰਮਾਤਮਾ ਦੀ ਪੂਰੇ ਤੌਰ 'ਤੇ ਕਿਰਪਾ ਹੋ ਜਾਏ ਤੇ ਮਨ ਵਸ 'ਚ ਆ ਜਾਂਦਾ ਹੈ। ਆਪਣੇ ਯਤਨ ਨਾਲ ਮਨ ਵਸ 'ਚ ਨਹੀਂ ਆਇਆ ਕਦਾ, ਖਿਆਲ ਰੱਖਣਾ। ਕਈ ਮੇਰੇ ਕੋਲ ਬਾਬਾ ਜੀ ਬਾਣੀ ਪੜ੍ਹਦੇ ਮਨ 'ਤੇ ਭੱਜਿਆ ਫਿਰਦਾ ਹੈ। ਮੈਨੂੰ ਤਾਂ ਭੱਜਣਾ ਹੀ ਭੱਜਣਾ ਜੀ। ਇੱਕ ਅਵਾਰਾ ਕੁੱਤਾ ਹੈ, ਤੁਸੀਂ ਉਹਨੂੰ ਰੱਸੀ ਪਾ ਕੇ ਬੰਨ੍ਹ ਲੈਣ, ਉਹ ਟੱਪੀ ਜਾਏਗਾ। ਉਹ ਰੱਸੀ ਤਲਾਉਣ ਦੀ ਕੋਸ਼ਿਸ਼ ਕਰੇਗਾ, ਉਹ ਰੱਸੀ ਨੂੰ ਚੱਕ ਮਾਰੇਗਾ, ਕਿਸੇ ਨੂੰ ਵੜ ਦੇ। ਕਿਉਂ? ਉਹ ਅਵਾਰਾਗਰਦੀ ਕਰਦਾ ਰਿਹਾ, ਹੁਣ ਬਚ ਗਿਆ ਹੈ। ਮਨ ਸਾਡਾ ਅਵਾਰਾਗਰਦ ਹੈ, ਪਤਾ ਨਹੀਂ ਕਿੰਨੇ ਜਨਮਾਂ ਦਾ। ਅਸੀਂ ਇਹਨੂੰ ਵਸ 'ਚ ਕਰਨਾ ਚਾਹੁੰਦੇ ਹਾਂ, ਇਸ ਲਈ ਵਸ 'ਚ ਨਹੀਂ ਹੁੰਦਾ। ਇਹ ਤਾਂ ਪਰਮਾਤਮਾ ਕਿਰਪਾ ਕਰੇਗਾ ਤਾਂ ਇਹ ਵਸ 'ਚ ਹੁੰਦਾ। ਸਾਡਾ ਕੰਮ ਹੈ, ਮਨ ਵਸ 'ਚ ਹੈ ਨਹੀਂ ਹੈ, ਅਸੀਂ ਤਾਂ ਭਜਨ ਬੰਦਗੀ ਕਰੀ ਜਾਣੀ ਬਸ। ਜੇ ਤੁਸੀਂ ਖਿਜੋਗੇ ਸਗੋਂ ਔਖੇ ਹੋਵੋਗੇ। ਭਾਵੇਂ ਆਪਾਂ ਰੋਜ਼ ਸੁਣਦੇ ਹਾਂ ਵੀ ਪਰਮਾਤਮਾ ਜਿਹੜਾ ਨਾਮ ਹੈ ਸਾਵਧਾਨ ਇਕਾਗਰ ਚੀਤ ਹੋ ਕੇ ਜਪਣਾ ਚਾਹੀਦਾ ਹੈ। ਉਦੋਂ ਫਿਰ ਅਸੀਂ ਖਿੱਚਦੇ ਹਾਂ ਵੀ ਸਾਡਾ ਮਨ ਤੇ ਇਕਾਗਰ ਹੈ ਨਹੀਂ, ਸਾਨੂੰ ਫਲ ਨਹੀਂ ਮਿਲਣਾ। ਪਰ ਇਹ ਵੀ ਗੱਲ ਯਾਦ ਰੱਖਣੀ ਹੈ ਕਿ ਜਿਹੜਾ ਕਈ ਜਨਮਾਂ ਤੋਂ ਅਵਾਰਾਗਰਦੀ ਕਰਦਾ ਰਿਹਾ, ਉਹਨੇ ਛੇਤੀ ਵਸ 'ਚ ਨਹੀਂ ਹੋਣਾ। ਭਜਨ ਬੰਦਗੀ ਕਰਦੇ ਰਹੋ, ਕਰਦੇ ਰਹੋ, ਕਰਦੇ ਰਹੋ। ਕਿਸੇ ਦਿਨ ਪਰਮਾਤਮਾ ਦੀ ਕਿਰਪਾ ਹੋ ਜਾਏਗੀ, ਇਹ ਮਨ ਟਿਕ ਜਾਏਗਾ। ਸਾਡੇ ਆਪਣੇ ਯਤਨ ਨਾਲ ਇਹ ਨਹੀਂ ਟਿਕਣਾ। ਸਾਡਾ ਕੰਮ ਹੈ ਭਜਨ ਬੰਦਗੀ ਕਰਦੇ ਰਹਿਣਾ। ਪੌੜੀ। 10ਵੀਂ 10 ਦੁਆਰ ਬਸ ਕੀਨੇ, ਮਨ ਸੰਤੋਖ ਨਾਮ ਜਪ ਲੀਨੇ। ਜਦੋਂ ਕਦੇ ਪਰਮਾਤਮਾ ਦਾ ਨਾਮ ਜਪਿਆ, ਮਨ 'ਚ ਸਬਰ ਸੰਤੋਖ ਆ ਗਿਆ। ਸਮਾਂ ਪਾ ਕੇ 10 ਦੁਆਰ, 2 ਅੱਖਾਂ, 2 ਕੰਨ, 2 ਨਸਾਂ, ਮੂੰਹ, ਲਿੰਗ, ਗੁਦਾ, ਇਹ ਸਾਰੇ ਫਿਰ ਵਸ 'ਚ ਹੋ ਜਾਂਦੇ ਨੇ। ਹੁਣ ਤੇ ਅਸੀਂ ਇਹਨਾਂ ਦੇ ਵਸ ਹਾਂ, ਫਿਰ ਇਹ ਸਾਡੇ ਵਸ 'ਚ ਹੋ ਜਾਣਗੇ। ਕਰਨੀ ਸੁਣੀਏ ਜਸ ਗੋਪਾਲ, ਕੰਨਾਂ ਦੇ ਨਾਲ ਪਰਮਾਤਮਾ ਦੀ ਸਿਫਤ ਸਲਾਹ ਸੁਣਨੀ ਚਾਹੀਦੀ ਹੈ। ਨੈਣੀ ਪੇਖਤ ਸਾਧ ਦਿਆਲ, ਪੇਖਤ ਹੁੰਦਾ ਵੇਖਣਾ, ਸਾਧ ਤੋਂ ਭਾਵੇਂ ਤੇ ਗੁਰੂ ਤੋਂ। ਅੱਖਾਂ ਦੇ ਨਾਲ ਦਿਆਲੂ ਗੁਰੂ ਨੂੰ ਦੇਖੋ, ਦਰਸ਼ਨ ਕਰਨੇ ਚਾਹੀਦੇ ਅੱਖਾਂ ਨੂੰ। ਰਸਨਾ ਗੁਣ ਗਾਵੈ ਬੇਅੰਤ, ਰਸਨਾ ਪਰਮਾਤਮਾ ਦੇ ਗੁਣ ਗਾਉਂਦੀ ਹੈ। ਬੇਅੰਤ ਤੋਂ ਭਾਵੇਂ ਤੇ ਪਰਮਾਤਮਾ। ਪਰਮਾਤਮਾ ਜੋ ਬੇਅੰਤ ਹੈ, ਇਹ ਰਸਨਾ ਉਹਦੇ ਗੁਣ ਗਾਉਣੇ ਚਾਹੀਦੇ ਨੇ। ਮਨ ਮੈਂ ਚਿਤਵੈ ਪੂਰਨ ਭਗਵੰਤ, ਅਤੇ ਮਨ ਦੇ ਵਿੱਚ ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ, ਚਿਤਵਦੇ ਰਹਿਣਾ ਚਾਹੀਦਾ, ਉਹਦੇ ਬਾਰੇ ਸੋਚਦੇ ਰਹਿਣਾ ਚਾਹੀਦਾ।
ਹਸਤ ਚਰਨ ਸੰਤ ਟਹਿਲ ਕਮਾਈਏ। ਹਸਤ ਮੈਨੇ ਹੱਥ, ਚਰਨ ਮੈਨੇ ਪੈਰ, ਸੰਤ ਭਾਵ ਗੁਰੂ, ਟਹਿਲ ਮੈਨੇ ਸੇਵਾ। ਹੱਥਾਂ ਨਾਲ, ਚਰਨਾਂ ਦੇ ਨਾਲ ਗੁਰੂ ਦੀ ਸੇਵਾ ਕਰਨੀ ਚਾਹੀਦੀ ਹੈ। ਹੱਥਾਂ ਨਾਲ ਸੇਵਾ ਕਰਨ ਮਤਲਬ ਸੇਵਾ ਕਰੋ। ਚਰਨਾਂ ਨਾਲ ਸੇਵਾ ਦਾ ਮਤਲਬ ਹੈ ਕਿ ਚੱਲ ਕੇ ਗੁਰੂ ਦੇ ਦਰ 'ਤੇ ਜਾਓ, ਗੁਰੂ ਦੀ ਸੇਵਾ ਕਰੋ। ਨਾਨਕ ਇਹ ਸੰਜਮ ਪ੍ਰਭ ਕਿਰਪਾ ਪਾਈਏ। ਪਰ ਇਹ ਜਿਹੜਾ ਜੀਵਨ ਢੰਗ ਹੈ ਇਸ ਤਰ੍ਹਾਂ ਕਰਨਾ, ਇਹ ਵੀ ਪਰਮਾਤਮਾ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ। ਜੋ ਉਹਦੀ ਕਿਰਪਾ ਤਾਂ ਹੀ ਅਸੀਂ ਭਜਨ ਬੰਦਗੀ ਕਰਦੇ। ਜੋ ਉਹਦੀ ਕਿਰਪਾ ਹੀ ਨਾ ਹੋਵੇ, ਮਨ ਇੱਧਰ ਨੂੰ ਆਉਂਦਾ ਹੀ ਨਹੀਂ ਹੈ। ਜਿੰਨਾ ਮਰਜ਼ੀ ਕਹੀ ਜਾਓ, ਨਹੀਂ ਮੰਨਦਾ ਉਹ। ਉਹਦੇ ਲਈ ਇਹ ਰਾਮ ਰਾਮ ਕਰਨਾ ਟੈਂ ਟੈਂ ਕਰਨ ਦੇ ਬਰਾਬਰ ਹੈ। ਉਹ ਕਹਿੰਦਾ ਕੀ ਇਹ ਟੈਂ ਟੈਂ ਲਾਈ ਹੈ, ਉਸ 'ਤੇ ਕਿਰਪਾ ਹੀ ਨਹੀਂ ਹੈ। ਉਹਨੇ ਪਿਛਲੇ ਜਨਮਾਂ 'ਚ ਨਾਮ ਜਪੇ ਹੀ ਨਹੀਂ ਹੈ। ਸਾਡੀ ਉਸੇ ਕੰਮ ਵਿੱਚ ਰੁਚੀ ਹੁੰਦੀ ਹੈ ਜੋ ਅਸੀਂ ਪਿਛਲੇ ਜਨਮ 'ਚ ਕਰਦੇ ਰਹੇ ਹਾਂ। ਉਸੇ ਕੰਮ 'ਚ ਰੁਚੀ ਸਾਡੀ ਹੁੰਦੀ ਹੈ। ਜੇ ਹੁਣ ਸਤ ਸੰਗਤ ਕਰ ਰਹੇ ਹਾਂ ਨਾ, ਇਹਦਾ ਮਤਲਬ ਅਸੀਂ ਪਿਛਲੇ ਜਨਮ 'ਚ ਵੀ ਕਰਦੇ ਸੀ, ਕਿਉਂਕਿ ਹੁਣ ਕਰ ਰਹੇ ਇਸ ਲਈ ਅਗਲੇ ਜਨਮ ਵਿੱਚ ਵੀ ਕਰਾਂਗੇ। ਹੁਣ ਭਜਨ ਬੰਦਗੀ ਕਰ ਰਹੇ, ਇਹਦਾ ਮਤਲਬ ਪਿਛਲੇ ਜਨਮ ਵਿੱਚ ਥੋੜ੍ਹੀ ਬਹੁਤੀ ਭਜਨ ਬੰਦਗੀ ਕੀਤੀ ਸੀ, ਅਗਲੇ ਜਨਮ 'ਚ ਵੀ ਕਰਦੇ ਰਹਾਂਗੇ। ਸਾਡਾ ਜਿਹੜਾ ਪਾਸਟ ਹੈ ਉਹ ਪ੍ਰੈਜ਼ੈਂਟ ਬਣਦਾ ਹੈ, ਜੋ ਪ੍ਰੈਜ਼ੈਂਟ ਹੈ ਇਹੀ ਫਿਊਚਰ ਬਣਦਾ ਹੈ। ਜੇ ਕਿਸੇ ਨੇ ਆਪਣਾ ਪਾਸਟ ਵੇਖਣਾ ਹੋਵੇ, ਮੇਰਾ ਪਾਸਟ ਕਿਹੋ ਜਿਹਾ ਸੀ, ਤੁਹਾਨੂੰ ਪ੍ਰੈਜ਼ੈਂਟ 'ਤੇ ਪਤਾ ਲੱਗ ਜਾਏਗਾ। ਜੇ ਤੁਸੀਂ ਹੁਣ ਸੁਖੀ ਹੈ ਤਾਂ ਮੈਂ ਤੁਸੀਂ ਪਿੱਛੇ ਵੀ ਸੁਖੀ ਸੀ। ਜੇ ਹੁਣ ਤੁਸੀਂ ਦੁਖੀ ਹੋ ਤਾਂ ਪਿੱਛੇ ਵੀ ਦੁਖੀ ਸੀ। ਹੁਣ ਤੁਸੀਂ ਗਰੀਬ ਹੋ ਤਾਂ ਪਿੱਛੇ ਵੀ ਗਰੀਬ ਸੀ। ਹੁਣ ਅਮੀਰ ਹੋ ਤਾਂ ਪਿੱਛੇ ਵੀ ਤੁਸੀਂ ਅਮੀਰ ਸੀ। ਜੋ ਹੁਣ ਹੋ ਇਹੀ ਅੱਗੇ ਫਿਊਚਰ 'ਚ ਬਣਨਾ, ਅਗਲੇ ਜਨਮ 'ਚ ਇਹੀ ਕੁਛ ਹੀ ਬਣਨਾ ਜੋ ਕੁਛ ਹੋਣਾ। ਜਿਹੜਾ ਹੁਣ ਚੋਰ ਹੈ ਉਹ ਪਿੱਛੇ ਵੀ ਚੋਰੀ ਕਰਦਾ ਰਿਹਾ ਸੀ, ਅਗਲੇ ਜਨਮ 'ਚ ਵੀ ਕਰੇਗਾ, ਅਗਲੇ ਜਨਮ 'ਚ ਵੀ ਕਰੇਗਾ। ਕਿਉਂਕਿ ਸੰਸਕਾਰ ਮਨੁੱਖ ਦੇ ਨਾਲ ਹੀ ਜਾਂਦੇ ਹਨ, ਇਹੀ ਜਾ ਕੇ ਸਾਡੇ ਕਰਮ ਬਣਦੇ ਹਨ। ਅੱਗੇ ਕਹਿੰਦੇ ਸ਼ਲੋਕ, ਏਕੋ ਏਕ ਬਖਾਨੀਏ, ਬਿਰਲਾ ਜਾਣੈ ਸਵਾਦ। ਸਾਰੇ ਕਹਿੰਦੇ ਪਰਮਾਤਮਾ ਇੱਕ ਹੈ, ਇੱਕ ਪਰਮਾਤਮਾ ਇੱਕ ਹੈ, ਪਰ ਉਹਦੇ ਸਵਾਦ ਨੂੰ ਕੋਈ ਵਿਰਲਾ ਹੀ ਜਾਣਦਾ ਹੈ। ਭਾਵ ਦੇ ਨਾਮ 'ਚ ਰਸ ਕਿਸੇ ਵਿਰਲੇ ਟਾਵੇਂ ਨੂੰ ਹੀ ਆਉਂਦਾ ਹੈ। ਗੱਲਾਂ ਤਾਂ ਸਾਰੇ ਪਰਮਾਤਮਾ ਦੀ ਕਰਦੇ ਨੇ। ਗੁਣ ਗੋਬਿੰਦ ਨਾ ਜਾਣੀਏ, ਨਾਨਕ ਸਭ ਬਿਸਮਾਦ। ਜਿਹੜੇ ਪਰਮਾਤਮਾ ਦੇ ਗੁਣਾਂ ਨੂੰ ਜਾਣਦੇ ਹੀ ਨਹੀਂ, ਉਹਨਾਂ ਲਈ ਤਾਂ ਹਰ ਇੱਕ ਚੀਜ਼ ਵਿਸਮਾਦ ਹੈ, ਹੈਰਾਨੀ ਵਾਲੀ ਵੀ ਹੈ। ਐਂ ਵੀ ਹੋ ਸਕਦਾ, ਐਂ ਵੀ ਹੁੰਦਾ। ਲੈ ਬਾਣੀ ਪੜ੍ਹਨ ਨਾਲ ਕਿਵੇਂ ਬਿਮਾਰੀ ਠੀਕ ਹੋ ਜਾਏਗੀ? ਫਿਰ ਹਸਪਤਾਲ ਬੰਦ ਹੋ ਜਾਣ, ਉਹ ਐਂ ਕਹੂਗਾ, ਉਹਨੂੰ ਐਂ ਕਹੂਗਾ, ਉਹਨੂੰ ਹੈਰਾਨੀ ਹੁੰਦੀ ਹੈ। ਬਾਣੀ ਪੜ੍ਹਨ ਨਾਲ ਕਿਵੇਂ ਕੈਨੇਡਾ ਚਲਾ ਜਾਏਗਾ? ਉਹਦੇ ਲਈ ਸਭ ਕੁਛ ਵਿਸਮਾਦ ਹੈ, ਹੈਰਾਨੀ ਵਾਲੀਆਂ ਗੱਲਾਂ ਨੇ, ਕਿਉਂਕਿ ਪਰਮਾਤਮਾ ਦੀ ਭਜਨ ਬੰਦਗੀ ਨਹੀਂ ਕਰਦਾ। ਪੌੜੀ ਇਕਾਦਸ਼ੀ ਨਿਕਟ ਪੇਖੋ ਹਰ ਰਾਮ। ਇਹ 11ਵੀਂ ਥਿਤ ਨੂੰ ਇਕਾਦਸ਼ੀ ਕਹਿੰਦੇ। ਨਿਕਟ ਪੇਖੋ ਹਰ ਰਾਮ ਕਹਿੰਦੇ ਅਸਲ ਇਕਾਦਸ਼ੀ ਮਨਾਉਣ ਦਾ ਕੀ ਮਤਲਬ ਹੈ ਕਿ ਪਰਮਾਤਮਾ ਨੂੰ ਨੇੜੇ ਵੇਖੋ, ਉਹਨੂੰ ਕਿਤੇ ਦੂਰ ਨਾ ਸਮਝੋ, ਉਹਨੂੰ ਆਪਣੇ ਨੇੜੇ ਵੇਖੋ। ਇੰਦਰੀ ਬਸ ਇੰਦਰੀ ਬਸ ਕਰ ਸੁਣੋ ਹਰ ਨਾਮ। ਇੰਦਰੀਆਂ ਨੂੰ ਵਸ 'ਚ ਕਰਕੇ ਪਰਮਾਤਮਾ ਦਾ ਨਾਮ ਸੁਣੋ। ਸਾਡੀਆਂ 5 ਗਿਆਨ ਇੰਦਰੀਆਂ ਨੇ, 5 ਕਰਮ ਇੰਦਰੀਆਂ ਨੇ। ਅੱਖਾਂ ਵੇਖਣ ਦਾ ਕੰਮ ਕਰਦੀਆਂ ਨੇ,
ਉਸ ਵੇਲੇ ਕਰਮ ਇੰਦਰੀਆਂ ਨੇ। ਅੱਖਾਂ ਰਾਹੀਂ ਸਾਨੂੰ ਗਿਆਨ ਹੁੰਦਾ ਹੈ, ਉਹਦੇ ਗਿਆਨ ਇੰਦਰੀਆਂ ਨੇ। ਕੰਨ ਗਿਆਨ ਇੰਦਰੀਆਂ ਨੇ, ਇਹ ਕਰਮ ਇੰਦਰੀਆਂ ਨੇ। ਗਿਆਨ ਇਹਨਾਂ ਰਾਹੀਂ ਸਾਨੂੰ ਗਿਆਨ ਹੁੰਦਾ। ਜੀਭ ਰਾਹੀਂ ਇਹ ਕਰਮ ਇੰਦਰੀ ਵੀ ਹੈ, ਗਿਆਨ ਇੰਦਰੀ ਵੀ ਹੈ। ਜੀਭ ਰਾਹੀਂ ਸਾਨੂੰ ਗਿਆਨ ਹੁੰਦਾ ਹੈ, ਕੌੜਾ ਹੈ, ਖੱਟਾ ਹੈ, ਮਿੱਠਾ ਹੈ। ਜੀਭ ਖਾਣ ਦਾ ਵੀ ਕੰਮ ਕਰ ਰਹੀ ਅੰਦਰ ਚੀਜ਼ ਨੂੰ ਮੰਨਦਾ, ਸਭ ਉਹ ਕਰਮ ਇੰਦਰੀ ਵੀ ਹੈ, ਗਿਆਨ ਇੰਦਰੀ ਵੀ। ਇਸ ਤਰ੍ਹਾਂ ਜਿਹੜੇ ਸਾਰੀਆਂ ਇੰਦਰੀਆਂ ਨੂੰ ਕਹਿੰਦੇ ਵਸ 'ਚ ਕਰ ਲੈਣ, ਇਹਨਾਂ ਇੰਦਰੀਆਂ ਨੂੰ ਵਸ 'ਚ ਕਰਕੇ ਹਰੀ ਦਾ ਨਾਮ ਸੁਣੋ। ਮਨ ਸੰਤੋਖ ਸਰਬ ਜੀ ਦਇਆ, ਮਨ ਵਿੱਚ ਸਬਰ ਸੰਤੋਖ ਲਿਆਓ, ਸਾਰੇ ਜੀਵਾਂ 'ਤੇ ਕਿਰਪਾ ਕਰੋ, ਸਾਰੇ ਜੀਵਾਂ 'ਤੇ ਕਿਰਪਾ ਕਰੋ। ਇੱਕ ਵਾਰੀ ਪੜ੍ਹ ਰਿਹਾ ਸੀ, ਇੱਕ ਚਿੜੀ ਦਰਖਤ 'ਤੇ ਬੈਠੀ, ਦਰਖਤ ਤੋਂ ਕੰਡਿਆਂ ਵਾਲਾ ਸੀ। ਕੋਲੋਂ ਕੋਈ ਮੁੰਡਾ ਲੰਘਦਾ, ਦੇ ਕੋਲ ਗੁਲੇਲ ਸੀ। ਗੁਲੇਲ ਦੇ ਵਿੱਚ ਕੰਡਾ ਲੱਗਿਆ ਹੋਇਆ ਸੀ। ਉਹਨੇ ਚਿੜੀ ਦੇ ਗੁਲੇਲ ਮਾਰੀ, ਚਿੜੀ ਜ਼ਖਮੀ ਹੋ ਗਈ। ਜੋ ਡਿੱਗਣ ਲੱਗੀ ਤਾਂ ਉਹ ਵਿੱਚ ਅੜ ਗਈ ਟਹਿਣੀ 'ਚ। ਉਹ ਨਾ ਹੇਠਾਂ ਡਿੱਗਦੀ ਹੈ, ਨਾ ਉੜ ਸਕਦੀ ਹੈ, ਤੜਫ ਰਹੀ ਹੈ। ਕੋਲੋਂ ਇੱਕ ਬੰਦਾ ਲੰਘਿਆ, ਉਹਨੂੰ ਤਰਸ ਆ ਗਿਆ। ਉਹਨੇ ਚਿੜੀ ਨੂੰ ਉਹਦੇ ਵਿੱਚੋਂ ਕੱਢਿਆ, ਉਹਦਾ ਕੰਡਾ ਕੱਢਿਆ, ਉਹਨੂੰ ਪਾਣੀ ਪੂਣੀ ਪਿਲਾਇਆ। ਸਮਾਂ ਪਾ ਕੇ ਚਿੜੀ ਉੱਡ ਗਈ। ਕਹਿੰਦੇ ਜਦੋਂ ਉਹ ਬੰਦਾ ਮਰਿਆ ਤਾਂ ਅੱਗੇ ਜਿਹੜਾ ਸੀ ਨਰਕ ਕੁੰਡ ਸੀ, ਅੱਗ ਦਾ ਦਰਿਆ ਸੀ, ਜਿਸ ਤੋਂ ਲੰਘਾਉਣਾ ਸੀ। ਬਿਲੰਘ 'ਚ ਇਹਦੇ ਚਿਰ ਨੂੰ ਇੱਕ ਲੜਕੀ ਕਿਸ਼ਤੀ ਲੈ ਕੇ ਆ ਗਈ। ਉਹਨੂੰ ਕਹੇ ਤੁਸੀਂ ਕਿਸ਼ਤੀ 'ਚ ਬੈਠੋ, ਮੈਂ ਤੁਹਾਨੂੰ ਲੰਘਾ ਦਿੰਦੀ। ਉਹ ਕਹਿੰਦਾ ਵੀ ਤੂੰ ਮੈਨੂੰ ਕਿਵੇਂ ਜਾਣਦੀ ਹੈ? ਕਹਿੰਦਾ ਤੁਹਾਨੂੰ ਯਾਦ ਹੋਏਗਾ ਕਿ ਤੁਸੀਂ ਇੱਕ ਜ਼ਖਮੀ ਚਿੜੀ ਨੂੰ ਜਿਹੜਾ ਕੰਡੇ ਕੱਢੇ ਉਹਦੇ ਦਰਖਤ ਦੇ ਨਾਲੋਂ ਲਾਇਆ, ਉਹਨੂੰ ਪਾਣੀ ਪਿਲਾਇਆ। ਮੈਂ ਉਹੀ ਚਿੜੀ ਹਾਂ, ਮੈਂ ਤੁਹਾਨੂੰ ਪਹਿਚਾਣ ਲਿਆ ਵੀ ਇਹਨੇ ਮੇਰੀ ਜਾਨ ਬਚਾਈ ਸੀ, ਇਸ ਲਈ ਮੈਂ ਤੁਹਾਨੂੰ ਇਹਦੇ ਵਿੱਚ ਲੰਘਾ ਦੇ, ਕਿਸ਼ਤੀ 'ਤੇ ਬੈਠੋ। ਇਸ ਦਇਆ ਕੀਤੀ ਕਦੇ ਨਿਸਫਲ ਨਹੀਂ ਜਾਂਦੀ। ਜੀਵਨ 'ਤੇ ਦਇਆ ਕਰਨੀ ਚਾਹੀਦੀ। ਅਸੀਂ ਕਹਿੰਦੇ ਇਹ ਤਾਂ ਖਾਣ ਲਈ ਨੇ ਜੀ, ਸਾਡੀ ਸੋਚ ਤਾਂ ਖਾਣ ਲਈ ਨੇ, ਵੱਢ ਵੱਢ ਕੇ ਖਾਈ ਜਾਓ। ਆਪਣੀ ਆਪਣੀ ਸੋਚ ਹੈ। ਜੇ ਅਸੀਂ ਕਹੀਏ ਵੀ ਜਿਵੇਂ ਸਾਡੇ ਅੰਦਰ ਮਨ ਹੈ, ਸਾਡੇ ਅੰਦਰ ਜਿੰਦ ਹੈ, ਅਸੀਂ ਦੁੱਖ ਸੁੱਖ ਮਹਿਸੂਸ ਕਰਦੇ ਹਾਂ। ਜਿਸ ਜਾਨਵਰ ਨੂੰ ਅਸੀਂ ਆਪਣੇ ਸਵਾਦ ਲਈ ਮਾਰਾਂਗੇ, ਇਹਨੂੰ ਵੀ ਤਾਂ ਦੁੱਖ ਹੋਏਗਾ ਨਾ। ਇੱਕ ਤਾਂ ਸਾਡਾ ਦੁਸ਼ਮਣ ਹੈ, ਉਹਨੂੰ ਮਾਰਨਾ ਹੋਰ ਗੱਲ ਹੈ। ਸੱਪ ਤੁਹਾਡੇ ਘਰ 'ਚ ਆ ਵੜਿਆ ਹੈ, ਜੇ ਉਹਨੂੰ ਤੁਸੀਂ ਨਹੀਂ ਮਾਰੋਗੇ ਤੁਹਾਨੂੰ ਮਾਰੇਗਾ। ਸੱਪ ਜਿਹੜਾ ਮੱਛਰ ਤੁਹਾਡੇ ਕਮਰੇ 'ਚ ਨੇ, ਜੇ ਤੁਸੀਂ ਮੱਛਰਾਂ ਨੂੰ ਨਹੀਂ ਮਾਰੋਗੇ ਤੁਹਾਨੂੰ ਲੜਨਗੇ, ਤੁਹਾਨੂੰ ਮਾਰਨਗੇ। ਚੂਹੇ ਘਰ 'ਚ ਆ ਗਏ ਨੇ, ਜੇ ਤੁਸੀਂ ਇਹਨਾਂ ਨੂੰ ਨਹੀਂ ਮਾਰੋਗੇ ਉਹ ਤੁਹਾਡੀ ਚੀਜ਼ਾਂ ਕੁਤਰ ਜਾਣਗੇ, ਸਾਰੇ ਖਰਾਬ ਕਰ ਜਾਣਗੇ। ਕੁਝ ਕੁ ਨੂੰ ਮਾਰਨਾ ਹੁੰਦਾ ਕਿਉਂਕਿ ਸਾਨੂੰ ਨੁਕਸਾਨ ਪਹੁੰਚਾ ਰਹੇ। ਇੱਕ ਸਾਨੂੰ ਕੋਈ ਨੁਕਸਾਨ ਹੀ ਨਹੀਂ ਪਹੁੰਚਾ ਰਿਹਾ, ਅਸੀਂ ਉਹਨੂੰ ਮਾਰਦੇ ਹਾਂ ਆਪਣੇ ਸਵਾਦ ਲਈ। ਇਹ ਫਿਰ ਭੋਗਣਾ ਤੇ ਪੈਣਾ ਹੀ। ਬਾਕੀ ਭਾਈ ਸਵਾਦ ਲੱਗਦਾ, ਮੀਟ ਖਾਈ ਜਾਓ, ਮੈਨੂੰ ਤਾਂ ਕੋਈ ਤਕਲੀਫ ਨਹੀਂ ਹੈਗੀ, ਕਰੀ ਜਾਓ, ਭਰੀ ਜਾਓ। ਸੋ ਤਾਂ ਗੁਰੂ ਮਹਾਰਾਜ ਕਹਿੰਦੇ ਮਨ ਸੰਤੋਖ ਸਰਬ ਜੀ ਦੇ, ਮਨ ਦੇ ਵਿੱਚ ਸਬਰ ਸੰਤੋਖ ਰੱਖੇ, ਸਾਰੇ ਜੀਵਾਂ 'ਤੇ ਦਇਆ ਕਰੇ। ਇਨ ਬਿਦ ਵਰਤ ਸੰਪੂਰਨ ਪਿਆ, ਤਾਂ ਸਮਝੋ ਤੁਹਾਡਾ ਇਕਾਦਸ਼ੀ ਦਾ ਵਰਤ ਪੂਰਾ ਹੋਇਆ ਹੈ। ਵਰਤ ਦਾ ਮਤਲਬ ਸਿੱਖ ਧਰਮ 'ਚ ਨਹੀਂ ਕਿ ਰੋਟੀਆਂ ਨਾ ਖਾਓ ਜੀ ਭੁੱਖੇ ਰਹੋ। ਸਿੱਖ ਧਰਮ 'ਚ ਵਰਤ ਰੱਖਣ ਦਾ ਕੋਈ ਰਿਵਾਜ਼ ਨਹੀਂ ਹੈ। ਸਿੱਖ ਧਰਮ ਕਹਿੰਦਾ ਖਾਓ ਹੀ ਥੋੜ੍ਹਾ,
ਅਲਪਹਾਰ, ਅਲਪ ਥੋੜ੍ਹੇ ਨੂੰ ਕਹਿੰਦੇ ਨੇ। ਅਲਪਹਾਰ ਸੁਲਪ ਸੇ ਨਿਦਰਾ, ਸੁਲਪ ਵੀ ਥੋੜ੍ਹੀ ਨੂੰ ਕਹਿੰਦੇ। ਥੋੜ੍ਹਾ ਖਾਓ, ਥੋੜ੍ਹਾ ਸਮੋ। ਜਦੋਂ ਅਸੀਂ ਖਾਵਾਂਗੇ ਥੋੜ੍ਹਾ, ਫਿਰ ਸਾਨੂੰ ਵਰਤ ਰੱਖਣ ਦੀ ਲੋੜ ਨਹੀਂ ਹੈ। ਹਾਂ ਭਾਈ, ਜਿਹੜੇ ਮਹੀਨਾ ਖਾਂਦੇ ਰਹਿੰਦੇ ਨੇ, ਉਹ ਇੱਕ ਦਿਨ ਆਰਾਮ ਕਰ ਲਓ ਪੇਟ ਨੂੰ। ਹੁੰਦੀ ਕਈ ਵਾਰੀ ਸਾਇੰਟੀਫਿਕਲੀ ਉਹ ਚੀਜ਼ ਠੀਕ ਹੁੰਦੀ ਹੈ ਜੇ ਚਾਲੂ ਕੀਤੀ ਗਈ। ਫਿਰ ਲੋਕਾਂ ਨੂੰ ਉਹਦੀ ਮਹਾਨਤਾ ਦ੍ਰਿੜ ਕਰਾਉਣ ਨੂੰ ਧਰਮ ਨਾਲ ਜੋੜ ਦਿੱਤਾ ਗਿਆ। ਉਹਨੂੰ ਧਰਮ ਨਾਲ ਜੋੜ ਦਿੱਤਾ ਗਿਆ। ਆਪੇ ਲੋਕ ਲੱਗੇ ਰਹਿਣਗੇ। ਇਸ ਬਹਾਨੇ ਸਹੀ ਵੀ ਪੁੰਨ ਮਿਲਦਾ ਹੈ, ਵੀ ਪੁੰਨ ਹੁੰਦਾ ਹੈ ਵਰਤ ਰੱਖਣ ਦਾ। ਉਹ ਜੋੜਤਾ ਇਸ ਤਰ੍ਹਾਂ। ਸਿੱਖ ਧਰਮ ਨੇ ਕਿਹਾ ਵੀ ਇਕਾਦਸ਼ੀ ਦਾ ਆਹ ਮਤਲਬ ਹੈ, ਜਿਹਨੇ ਇਕਾਦਸ਼ੀ ਆ ਹੈ ਇਸ ਤਰ੍ਹਾਂ ਤਾਂ ਤੁਹਾਡਾ ਵਰਤ ਪੂਰਾ ਹੋਏਗਾ। ਤਾਵਤ ਮਨ ਰੱਖੈ ਇੱਕ ਠਾਏ। ਤਾਵਤ ਹੁੰਦਾ ਦੌੜਦਾ ਹੋਇਆ ਮਨ। ਦੌੜਦੇ ਹੋਏ ਮਨ ਨੂੰ ਇੱਕ ਥਾਂ 'ਤੇ ਰੋਕ ਕੇ ਰੱਖੇ। ਮਨ ਤਨ ਸ਼ੁੱਧ ਜਪਤ ਹਰਿ ਨਾਮ। ਹਰੀ ਦਾ ਨਾਮ ਜਪ ਜਪ ਕੇ ਆਪਣੇ ਮਨ ਤਨ ਨੂੰ ਸ਼ੁੱਧ ਕਰੇ, ਕਿਉਂਕਿ ਨਾਮ ਤੋਂ ਬਿਨਾਂ ਮਨ ਨਹੀਂ ਸ਼ੁੱਧ ਹੁੰਦਾ। ਅਤੇ ਗੁਰਬਾਣੀ ਮਨ ਮੈਲਾ ਸਭ ਕੁਛ ਮੈਲਾ। ਜੇ ਮਨ ਮੈਲਾ, ਸਰੀਰ ਦੇ ਸਾਰੇ ਅੰਗ ਮੈਲੇ। ਇਸ ਲਈ ਨਾਮ ਜਪ ਕੇ ਮਨ ਅਤੇ ਤਨ ਦੋਨੋਂ ਸ਼ੁੱਧ ਹੋ ਜਾਂਦੇ। ਸਭ ਮੈਂ ਪੂਰ ਰਹੇ ਪਾਰ ਬ੍ਰਹਮ। ਸਾਰਿਆਂ ਦੇ ਵਿੱਚ ਪਰਮਾਤਮਾ ਵਸ ਰਹੇ, ਇਸ ਨੂੰ ਮਹਿਸੂਸ ਕਰੇ। ਗੁਰਬਾਣੀ ਲਿਖਿਆ ਨਾ ਵੀ ਜੇ ਤੂੰ ਹੈ ਮੁੱਲਾ, ਜੇ ਤੂੰ ਕਹਿੰਦਾ ਕਿ ਅੱਲਾ ਸਾਰਿਆਂ ਦੇ ਵਿੱਚ ਹੈ ਤਾਂ ਕਿ ਮੁਰਗੀ ਮਾਰੇ, ਫਿਰ ਤੂੰ ਇਸ ਮੁਰਗੀ ਨੂੰ ਕਿਉਂ ਮਾਰੇ? ਕੀ ਇਹ ਅੱਲਾ ਨਹੀਂ ਹੈ? ਗੁਰਬਾਣੀ ਕਹਿੰਦੇ ਤੂੰ ਮੁਰਗੀ ਨੂੰ ਮਾਰਨ ਲੱਗੀ, ਇਹ ਅੱਲਾ ਨਹੀਂ ਹੈ। ਅਸੀਂ ਕਹਿੰਦੇ ਖਾ ਸਕਦੇ ਹੋ ਤੁਸੀਂ ਮੀਟ ਜੀ, ਹਾਂਜੀ ਅਲਾਊਡ ਹੈ ਜੀ। ਕਬੀਰ ਸਾਹਿਬ ਕਹਿੰਦੇ ਭਾਂਗ ਮਾਛਲੀ ਸੁਰਾ ਪਾਨ ਜੋ ਜੋ ਪ੍ਰਾਣੀ ਖਾਏ, ਵਰਤ ਨੇਮ ਤੀਰਥ ਕੀਏ ਸਭੇ ਰਸਾਤਲ ਜਾਹੇ। ਜਿਹੜੇ ਭੰਗ ਪੀਂਦੇ ਨੇ, ਜਿਹੜੇ ਮਾਸ ਖਾਂਦੇ ਨੇ, ਜਿਹੜੇ ਸ਼ਰਾਬ ਪੀਂਦੇ ਨੇ, ਕਿ ਜਿੰਨੇ ਮਰਜ਼ੀ ਤੀਰਥ ਸਥਾਨ ਜਾ ਲਓ, ਜਿੰਨਾ ਮਰਜ਼ੀ ਹੋਰ ਕਰੀ ਜਾਓ, ਇਹ ਸਭ ਗਿਰਾਵਟ ਵੱਲ ਨੂੰ ਜਾਣਗੇ। ਉਹਨਾਂ ਦੇ ਰੱਖੇ ਹੋਏ ਵਰਤ, ਉਹਨਾਂ ਦੇ ਤੀਰਥਾਂ ਦੇ ਇਸ਼ਨਾਨ ਸਭ ਕਹਿੰਦੇ ਵਿਅਰਥ ਨੇ। ਬਾਣੀ 'ਚ ਲਿਖਿਆ ਹੋਇਆ ਹੈ। ਇਹ ਸਾਰੀਆਂ ਗੱਲਾਂ ਧਾਰਮਿਕ ਲੋਕਾਂ ਲਈ ਨੇ। ਇੱਕ ਬੰਦਾ ਧਾਰਮਿਕ ਨਹੀਂ, ਖਾਈ ਪੀਵੀ ਜੋ ਮਰਜ਼ੀ ਹੈ। ਪਰ ਜੇ ਤੁਸੀਂ ਚਾਹੁੰਦੇ ਕਿ ਤੁਹਾਡੀ ਆਤਮਿਕ ਅਵਸਥਾ ਉੱਚੀ ਹੋਵੇ, ਫਿਰ ਤੁਹਾਨੂੰ ਵੈਸ਼ਨੂ ਹੀ ਹੋਣਾ ਪਵੇਗਾ। ਜਿਨ੍ਹਾਂ ਦੀ ਵੀ ਆਤਮਿਕ ਅਵਸਥਾ ਉੱਚੀ ਸੀ, ਮੁਹੰਮਦ ਸਾਹਿਬ ਆਪ ਮੀਟ ਨਹੀਂ ਸਨ ਖਾਂਦੇ, ਪਰ ਉਹਨਾਂ ਕਿਹਾ ਵੀ ਮੈਂ ਨਾ ਜਿਹਨੇ ਸਨ, ਉਦੋਂ ਸਮਾਜ ਜਿਹੜਾ ਹੈ ਅਮੀਰਾਂ ਅਤੇ ਗਰੀਬਾਂ 'ਚ ਵੰਡਿਆ ਹੋਇਆ ਸੀ। ਜੇ ਸਾਰਾ ਪਿੰਡ ਇੱਕ ਬੰਦੇ ਨੇ ਦਿੱਤਾ ਹੁੰਦਾ ਜਾਇਦਾਦ ਨੇ, ਜਗੀਰਦਾਰ। ਅਰਬ ਦੇ ਜਗੀਰਦਾਰੀ ਸਿਸਟਮ ਸੀ। ਹੁਣ ਜੇ ਜਗੀਰਦਾਰ ਮੁਸਲਮਾਨ ਧਰਮ ਨੂੰ ਅਪਣਾਉਂਦੇ ਨੇ ਤਾਂ ਪਬਲਿਕ ਨੇ ਆਪੇ ਅਪਣਾ ਲੈਣਾ ਸੀ। ਪਹਿਲਾਂ ਬਹੁਤ ਵਿਆਹ ਕਰਾਉਣ ਦੇ ਰਿਵਾਜ਼ ਸਨ। ਜਗੀਰਦਾਰ 100 ਵਿਆਹ ਵੀ ਕਰਾਉਂਦੇ, 100 ਘਰ ਵਾਲੀ ਰੱਖੀ ਹੁੰਦੀ ਸੀ। ਜੇ ਮੁਹੰਮਦ ਸਾਹਿਬ ਹਾਲ ਕਿ ਮੁਹੰਮਦ ਸਾਹਿਬ ਦੀ ਇੱਕੋ ਹੀ ਘਰ ਵਾਲੀ ਸੀ, ਜੋ ਕਹਿੰਦੇ ਵੀ ਨਹੀਂ ਇੱਕੋ ਹੀ ਘਰ ਵਾਲੀ ਚਾਹੀਦੀ, ਕਿਸੇ ਨੇ ਉਹਨਾਂ ਨਾਲ ਰਲਣਾ ਹੀ ਨਹੀਂ ਸੀ। ਉਹਨਾਂ ਕਹਿੰਦਾ ਵੀ ਅੱਛਾ ਭਾਈ ਤੁਸੀਂ 4 ਵਿਆਹ ਕਰਾ ਸਕਦੇ ਹੋ, ਵੀ ਚਲੋ ਕੁਛ ਟਿਕੇ ਰਹਿਣਗੇ, ਟਿਕੇ ਰਹਿਣਗੇ। ਤੁਸੀਂ ਮੀਟ ਖਾ ਸਕਦੇ ਹੋ, ਕਹਿੰਦਾ ਵੀ ਤਾਂ ਜੋ ਇਹ ਮੇਰੇ ਵੱਲ ਨੂੰ ਥੋੜ੍ਹਾ ਜਿਹਾ ਆਉਣ। ਹਾਲਾਂਕਿ ਆਪ ਨਹੀਂ ਸਨ ਖਾਂਦੇ, ਆਪ ਉਹਨਾਂ ਦੇ ਇੱਕੋ ਹੀ ਵਿਆਹ ਸੀ। ਕਿਉਂਕਿ ਜਿਨ੍ਹਾਂ ਨੇ ਨਾਮ ਦੇ ਵਿੱਚ ਉਚਾਈਆਂ ਨੂੰ ਛੂਹਣਾ ਹੈ, ਉਹ ਇਸ ਤਰ੍ਹਾਂ ਨਹੀਂ ਕਰਦੇ। ਉਹਨਾਂ ਦਾ ਬੜਾ ਆਪਣੇ ਮਨ ਸਰੀਰ 'ਤੇ ਕੰਟਰੋਲ ਹੁੰਦਾ ਹੈ। ਜਿੰਨੇ ਵੀ ਉੱਚੀ ਅਵਸਥਾ 'ਚ ਗਏ ਸਿੱਖ ਧਰਮ ਦੇ ਵਿੱਚ ਵੀ, ਕੋਈ ਉਹਨਾਂ 'ਚ ਮੀਟ ਨਹੀਂ ਸੀ ਖਾਂਦਾ, ਉਹ ਨਹੀਂ ਸੀ ਖਾਂਦਾ। ਸੋ ਗੁਰੂ ਮਹਾਰਾਜ ਕਹਿੰਦੇ ਸਭ ਮੈਂ ਪੂਰ ਰਹੇ ਪਾਰ ਬ੍ਰਹਮ। ਪਰਮਾਤਮਾ ਸਾਰਿਆਂ ਵਿੱਚ ਵਸਦਾ ਹੈ, ਇਸ ਨੂੰ ਮਹਿਸੂਸ ਕਰਨਾ।
ਨਾਨਕ ਹਰ ਕੀਰਤਨ ਕਰ ਅਟਾਲੇ ਧਰਮ। ਸਦਾ ਰਹਿਣ ਵਾਲਾ ਧਰਮ ਕੀ ਹੈ? ਪਰਮਾਤਮਾ ਦੀ ਸਿਫਤ ਸਲਾਹ ਕਰ। ਅਟਲ ਹੁੰਦਾ ਸਦਾ ਰਹਿਣ ਵਾਲਾ। ਟਾਲ ਦਾ ਵਿਰੋਧੀ ਸ਼ਬਦ ਹੈ ਅਟਲ। ਇਹਨੂੰ ਅਟਲ ਨਹੀਂ ਪੜ੍ਹ ਦੇਣਾ। ਇਹ ਇੱਕ ਸ਼ਬਦ ਨਹੀਂ ਹੈ, ਇਹ ਟਲ ਦਾ ਵਿਰੋਧੀ ਸ਼ਬਦ ਹੈ। ਅਟਲ ਜਿਹੜਾ ਨਾ ਟਲੇ, ਸਦਾ ਰਹਿਣ ਵਾਲਾ। ਸੋ ਸਦਾ ਰਹਿਣ ਵਾਲਾ ਧਰਮ ਕੀ ਹੈ? ਨਾਨਕ ਹਰ ਕੀਰਤਨ ਕਰ, ਪਰਮਾਤਮਾ ਦੀ ਸਿਫਤ ਸਲਾਹ ਕਰ। ਅਸਲ 'ਚ ਇਹੀ ਸਦਾ ਰਹਿਣ ਵਾਲਾ ਧਰਮ ਹੈ। ਸ਼ਲੋਕ। ਦੁਰਮਤ ਹਰੀ ਸੇਵਾ ਕਰੀ, ਭੇਟੇ ਸਾਧ ਕਿਰਪਾਲ। ਜਦੋਂ ਦਿਆਲੂ ਗੁਰੂ ਮਿਲ ਪਿਆ ਨਾ, ਫਿਰ ਕੀ ਹੋਇਆ? ਸੇਵਾ ਕਰੀ। ਫਿਰ ਗੁਰੂ ਦੀ ਸੇਵਾ ਕੀਤੀ। ਜੋ ਸੇਵਾ ਕੀਤੀ ਗਈ, ਦੁਰਮਤ ਹਰੀ, ਅੰਦਰ ਜਿਹੜੀ ਭੈੜੀ ਮੱਤ ਸੀ ਉਹ ਖਤਮ ਹੋ ਗਈ। ਦੁਰਮਤ ਹਰੀ, ਹਰੀ ਹੁੰਦਾ ਦੂਰ ਹੋ ਜਾਣਾ। ਜਦੋਂ ਕਿਰਪਾਲੂ ਗੁਰੂ ਮਿਲੇ, ਇਨਸਾਨ ਨੇ ਉਹਨਾਂ ਦੀ ਸੇਵਾ ਕੀਤੀ, ਉਹਦੇ ਅੰਦਰ ਜਿਹੜੀ ਭੈੜੀ ਮੱਤ ਸੀ ਉਹ ਖਤਮ ਹੋ ਗਈ। ਉਹ ਕਿਉਂ ਖਤਮ ਹੋ ਗਈ? ਕਿਉਂਕਿ ਵਧੀਆ ਦੀ ਸੰਗਤ ਕੀਤੀ। ਜਦੋਂ ਅਸੀਂ ਵਧੀਆ ਦੀ ਸੰਗਤ ਕਰਦੇ ਰਹਾਂਗੇ, ਅੰਦਰ ਜਿਹੜਾ ਸਾਡੇ ਘਟੀਆਪਨ ਉਸ ਨੂੰ ਛੱਡ ਦਿਆਂਗੇ ਆਪਣੇ ਆਪ ਹੀ। ਕਿਸੇ ਦੀ ਤੁਸੀਂ ਕੁਸੰਗਤ ਛਡਾਉਣੀ ਹੈ, ਇੱਕੋ ਹੀ ਢੰਗ ਹੈ ਕਿ ਉਹਨੂੰ ਸਤਸੰਗ 'ਚ ਲਿਆਉਣਾ ਸ਼ੁਰੂ ਕਰ ਦਿਓ। ਜਿਹੜਾ ਸਤਸੰਗ ਕਰੇਗਾ ਫਿਰ ਉਹ ਕੁਸੰਗਤ 'ਚ ਨਹੀਂ ਜਾਵੇਗਾ। ਬਸ ਸੌਖਾ ਢੰਗ ਹੀ ਇੱਕ ਬਜਾਏ ਉਹਨੂੰ ਕਹੋ ਤੂੰ ਕੁਸੰਗਤ ਨਾ ਕਰ, ਇਸ ਤਰ੍ਹਾਂ ਨਹੀਂ ਉਹਨੇ ਹਟਣਾ। ਉਹਨੂੰ ਪ੍ਰੇਰ ਕੇ ਨਾ ਸਤਸੰਗ 'ਚ ਲੈ ਕੇ ਆਓ। ਜਦੋਂ ਕੋਈ ਦਿਨ ਸਤਸੰਗਤ ਕਰੇਗਾ, ਉਹ ਕੁਸੰਗਤ ਵੱਲੋਂ ਆਪੇ ਉਹਦਾ ਧਿਆਨ ਹਟ ਜਾਏਗਾ। ਹੌਲੀ 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 ਵਧੀਆ ਇਨਸਾਨ ਬਣ ਜਾਵੇਗਾ। ਉਹਦੇ ਅੰਦਰ ਭੈੜੀ ਮੱਤ ਜਿਹੜੀ ਹੈ ਖਤਮ ਹੋ ਜਾਵੇਗੀ। ਨਾਨਕ ਪ੍ਰਭ ਸਿਓ ਮਿਲ ਰਹੇ, ਬਿਨ ਸੇ ਸਗਲ ਜੰਜਾਲ। ਉਹ ਫਿਰ ਜਿਹਨੂੰ ਗੁਰੂ ਮਿਲ ਪੈਂਦਾ ਹੈ, ਫਿਰ ਉਹ ਪਰਮਾਤਮਾ ਨਾਲ ਮਿਲ ਕੇ ਰਹਿੰਦਾ ਹੈ। ਕਿਉਂਕਿ ਜਿਹੜਾ ਬੰਦਾ ਨਾਮ ਜਪਦਾ ਰਹਿੰਦਾ, ਸਮਝੋ ਪਰਮਾਤਮਾ ਨਾਲ ਮਿਲ ਕੇ ਰਹਿੰਦਾ ਹੈ। ਬਿਨ ਸੇ ਸਗਲ ਜੰਜਾਲ, ਸਾਰੇ ਜਿਹੜੇ ਝੰਜਟ ਨੇ ਉਹਦੇ ਖਤਮ ਹੋ ਜਾਂਦੇ। ਹਰ ਮਨੁੱਖ ਕਿਸੇ ਨਾ ਕਿਸੇ ਝੰਜਟ 'ਚ ਫਸਿਆ ਵਿਚਾਰਾ। ਫਿਰ ਉਹ ਮਿੰਟਾਂ 'ਚ ਸਿਰ ਖੁਰਕਣ ਦੀ ਵੇਲ ਨਹੀਂ ਹੈ। ਕਿਉਂ? ਇੰਨੇ ਉਹਨੂੰ ਝੰਜਟ ਪਏ ਨੇ। ਉਹ ਕਹਿੰਦੇ ਸਾਰੇ ਝੰਜਟ ਤੇਰੇ ਖਤਮ ਹੋ ਜਾਣਗੇ। ਉਹ ਕਿਵੇਂ ਖਤਮ ਹੋ ਜਾਣਗੇ? ਪੁੱਠੇ ਕੰਮ ਕਰਨੇ ਬੰਦ ਕਰ ਦੇਗਾ। ਜਦੋਂ ਜੀਵਨ ਸਹੀ ਹੋਵੇ ਨਾ, ਇਹ ਝੰਜਟ ਉਂਝ ਵੈਸੇ ਹੀ ਕੱਢਣੇ। ਜਦੋਂ ਅਸੀਂ ਪੰਗੇ ਲਈ ਜਾਣੇ, ਫਿਰ ਕਿਸੇ ਨਾ ਕਿਸੇ ਵਕਤ 'ਤੇ ਫੜੇ ਹੀ ਰਹਿਣਾ ਜੀ। ਕਦੇ ਪੁਲਿਸ ਵਾਲੇ ਕੋਲ ਜਾ, ਕਦੇ ਵਕੀਲ ਵਾਲੇ ਕੋਲ ਜਾ, ਕਦੇ ਕਿਸੇ ਕੋਲ ਜਾ। ਨੰਬਰ 2, ਪਰਮਾਤਮਾ ਜਿਹੜਾ ਨਾਮ ਹੈ, ਇਹ ਸਾਡੇ ਕਾਰਜ ਰਸ ਕਰ ਦਿੰਦਾ ਹੈ। ਇਸ ਲਈ ਸਾਡੇ ਝੰਜਟ ਖਤਮ ਹੋ ਜਾਂਦੇ ਨੇ। ਸੰਸਾਰੀ ਬੰਦੇ ਦੇ ਝੰਜਟਾਂ 'ਚ ਫਸੇ ਹੀ ਰਹਿੰਦੇ, ਉਹਨੂੰ ਵੇਲ ਹੀ ਨਹੀਂ ਮਿਲਦੀ। ਉਹ ਕਹਿੰਦਾ ਮੈਂ ਆਹ ਕਰ ਲਾਂ, ਫਿਰ ਨਾਮ ਜਪੂ, ਮੈਂ ਆਹ ਕਰ ਲਾਂ, ਉਹ ਨਿਬੜਦਾ ਹੀ ਨਹੀਂ ਉਹਦਾ। ਤੂੰ ਨਾਮ ਜਪਣਾ ਸ਼ੁਰੂ ਕਰ, ਬਾਣੀ ਸ਼ੁਰੂ ਕਰ, ਤੇਰਾ ਆਪੇ ਹੌਲੀ ਸਭ ਕੁਝ ਠੀਕ ਹੋ ਜਾਏਗਾ। ਪੌੜੀ। ਦੁਆਦਸ਼ੀ ਦਾਨ ਨਾਮ ਇਸ਼ਨਾਨ। ਦੁਆਦਸ਼ੀ ਨੂੰ ਕਹਿੰਦੇ ਕੀ ਕਰਨਾ ਚਾਹੀਦਾ ਸਿੱਖ ਨੂੰ? ਦਾਨ। ਕਾਹਦਾ ਦਾਨ? ਸੇਵਾ ਨੂੰ ਸਿੱਖ ਧਰਮ 'ਚ ਦਾਨ ਗਿਣਿਆ ਗਿਆ ਹੈ। ਸੇਵਾ ਕਰੋ, ਨਾਮ ਜਪੋ। ਇਸ਼ਨਾਨ ਕਿਸ ਨੂੰ ਕਿਹਾ ਗਿਆ? ਇਹ ਨਹੀਂ ਕਿ ਤੀਰਥਾਂ ਜਾ ਕੇ ਇਸ਼ਨਾਨ ਕਰਦੇ ਫਿਰੋ। ਮਨ ਨੂੰ ਪਵਿੱਤਰ ਕਰਨਾ ਹੀ ਇਸ਼ਨਾਨ ਹੈ। ਕਹਿੰਦੇ ਤੁਸੀਂ ਸੇਵਾ ਕਰੋ, ਇਹ ਦਾਨ ਹੈ। ਨਾਮ ਜਪੋ, ਆਪਣੇ ਮਨ ਨੂੰ ਪਵਿੱਤਰ ਕਰੋ, ਇਹ ਤੁਹਾਡੇ ਲਈ ਇਸ਼ਨਾਨ ਹੈ। ਹਰ ਕੀ ਭਗਤ ਕਰੋ ਤਜ ਮਾਨ, ਤਾਜੰਦਾ ਛੱਡ ਕੇ ਮਾਨ ਭਾਵ ਹੰਕਾਰ। ਹੰਕਾਰ ਨੂੰ ਛੱਡ ਕੇ ਪਰਮਾਤਮਾ ਦੀ ਭਜਨ ਬੰਦਗੀ ਕਰੋ। ਕਿਉਂਕਿ
ਹਰ ਜੀ ਅਹੰਕਾਰ ਨਾ ਭਾਵੇ। ਪਰਮਾਤਮਾ ਨੂੰ ਹੰਕਾਰ ਚੰਗਾ ਹੀ ਨਹੀਂ ਲੱਗਦਾ ਬਸ। ਅਤੇ ਜਿਹੜੀ ਗੱਲ ਪਰਮਾਤਮਾ ਨੂੰ ਚੰਗੀ ਨਾ ਲੱਗੇ ਉਹ ਛੱਡ ਦੇਣੀ ਚਾਹੀਦੀ। ਹਰਾਮ ਦੀ ਕਮਾਈ ਪਰਮਾਤਮਾ ਨੂੰ ਚੰਗੀ ਨਹੀਂ ਲੱਗਦੀ, ਇਸ ਲਈ ਸਾਡੇ ਗੁਰੂਆਂ ਨੂੰ ਵੀ ਨਾ ਲੱਗੀ। ਉਹਨਾਂ ਕੁਦਰਤ ਦੀ ਰੋਟੀ ਤਾਂ ਖਾ ਲਈ ਪਾਈ ਲਾ ਲਓ ਦੀ, ਮਲਕ ਭਾਗੋ ਦੇ ਹਰਾਮ ਦੀਆਂ ਪੂਰੀਆਂ ਨਹੀਂ ਖਾਧੀ। ਕਿਉਂ? ਉਹ ਹਰਾਮ ਦੀ ਕਮਾਈ 'ਚ ਬਣਿਆ ਹੋਇਆ ਸੀ। ਇਸ ਲਈ ਪਰਮਾਤਮਾ ਨਹੀਂ ਚਾਹੁੰਦਾ ਕਿ ਤੁਸੀਂ ਹਰਾਮ ਦੀ ਕਮਾਈ ਕਰੋ। ਪਰਮਾਤਮਾ ਨਹੀਂ ਚਾਹੁੰਦਾ ਤੁਸੀਂ ਨਸ਼ੇ ਕਰੋ। ਉਹ ਕਹਿੰਦੇ ਜਿਹੜਾ ਮੇਰਾ ਨਾਮ ਹੈ ਇਹ ਆਪਣੇ ਆਪ 'ਚ ਨਸ਼ਾ ਹੈ। ਇਹ ਆਪਣੇ ਆਪ 'ਚ ਨਸ਼ਾ, ਤੁਹਾਨੂੰ ਸੰਸਾਰੀ ਨਸ਼ੇ ਕਰਨ ਦੀ ਲੋੜ ਨਹੀਂ ਹੈ। ਕਿਉਂਕਿ ਸਾਰੇ ਜੀਵ ਮੇਰੇ ਹਨ, ਇਸ ਲਈ ਤੁਸੀਂ ਕਿਸੇ ਨਾਲ ਬਦਫੈਲੀ ਨਹੀਂ ਕਰਨੀ, ਕਿਸੇ 'ਤੇ ਜ਼ੁਲਮ ਨਹੀਂ ਤੁਸੀਂ ਕਰਨਾ। ਪਰਮਾਤਮਾ ਨੇ ਪਸੰਦ ਨਹੀਂ ਹੈ। ਤਾਂ ਆਪਣੇ ਆਪ ਹੀ ਜੀਵਨ ਏਕ ਕਲਾਸ ਹੋ ਜਾਏਗਾ। ਹੰਕਾਰ ਛੱਡ ਕੇ ਕਹਿੰਦਾ ਪਰਮਾਤਮਾ ਦੀ ਭਜਨ ਬੰਦਗੀ ਕਰੋ। ਹਰ ਅੰਮ੍ਰਿਤ ਪਾਨ ਕਰੋ ਸਾਧ ਸੰਗ। ਪਾਨ ਹੁੰਦਾ ਪੀਣਾ। ਹਰ ਅੰਮ੍ਰਿਤ, ਹਰੀ ਦਾ ਨਾਮ ਅੰਮ੍ਰਿਤ ਪੀਓ। ਕਿਵੇਂ? ਕਰੋ ਸਾਧ ਸੰਗ, ਗੁਰੂ ਦੀ ਸੰਗਤ ਕਰੋ, ਉਸ ਦੇ ਵਿੱਚ ਨਾਮ ਅੰਮ੍ਰਿਤ ਪੀਓ, ਭਾਵ ਨਾਮ ਜਪੋ। ਪਰਮਾਤਮਾ ਦੇ ਨਾਮ ਨੂੰ ਹੀ ਬਾਣੀ 'ਚ ਅੰਮ੍ਰਿਤ ਕਿਹਾ ਗਿਆ। ਅੰਮ੍ਰਿਤ ਏਕੋ ਨਾਮ ਹੈ। ਪਰਮਾਤਮਾ ਦਾ ਨਾਮ ਹੀ ਅਸਲ ਵਿੱਚ ਅੰਮ੍ਰਿਤ ਹੈ। ਜਿਹੜਾ ਉਂਝ ਕੇ ਮੈਂ ਅੰਮ੍ਰਿਤ ਛਕਿਆ ਜੀ, ਉਹ ਤਾਂ ਖੰਡੇ ਦੀ ਪੋਹਲ ਹੈ। ਸੌਖਾ ਨਾਮ ਉਹਦਾ ਅੰਮ੍ਰਿਤ ਰੱਖਦਾ। ਮਨ ਤ੍ਰਿਪਤਸ ਹੈ ਕੀਰਤਨ ਪ੍ਰਭ ਰੰਗ। ਰੰਗ ਹੁੰਦਾ ਪਿਆਰ ਨਾਲ। ਪਿਆਰ ਸਹਿਤ ਪਰਮਾਤਮਾ ਦੀ ਸਿਫਤ ਸਲਾਹ ਕਰੋ। ਕੀਰਤਨ ਦਾ ਸਿਫਤ ਸਲਾਹ। ਪਿਆਰ ਸਹਿਤ ਪਰਮਾਤਮਾ ਦੀ ਸਿਫਤ ਸਲਾਹ ਕਰੋ। ਫਿਰ ਕੀ ਹੈਗਾ? ਮਨ ਤ੍ਰਿਪਤਸ ਹੈ, ਮਨ ਤ੍ਰਿਪਤ ਹੋ ਜਾਏਗਾ, ਮਨ ਰੱਜ ਜਾਏਗਾ। ਅੱਜ ਮਨ ਭੁੱਖਾ ਹੈ, ਅੱਜ ਮਨ ਭੁੱਖਾ ਹੈ। ਸਰੀਰ ਤੇ 3-4 ਰੋਟੀਆਂ ਨਾਲ ਰੱਜ ਜਾਂਦਾ ਹੈ। ਸਰੀਰ ਨੂੰ ਰਜਾਉਣਾ ਕੋਈ ਔਖਾ ਨਹੀਂ। ਸਾਡੀ ਖਾਣ ਦੀ ਇੱਕ ਹੱਦ ਹੈ, ਖਾ ਲਾਂਗੇ ਰੱਜ ਜਾਵਾਂਗੇ। ਮਨ ਨਹੀਂ ਰੱਜਿਆ ਕਰਦਾ। ਇਹ ਅਰਬਾਂ ਖਰਬਾਂ ਨਾਲ ਵੀ ਨਹੀਂ ਰੱਜ। ਜਿਉਂ-ਜਿਉਂ ਤੁਹਾਡੇ ਕੋਲ ਪੈਸਾ ਹੋਈ ਜਾਏਗਾ, ਮਨ ਤਿਉਂ-ਤਿਉਂ ਭੁੱਖਾ ਹੋਈ ਜਾਏਗਾ। ਹੋਰ ਚਾਹੀਦਾ, ਹੋਰ ਚਾਹੀਦਾ, ਹੋਰ ਚਾਹੀਦਾ। ਜਦੋਂ ਤੁਸੀਂ ਗਰੀਬ ਹੋ, ਤੁਸੀਂ ਸੋਚਦੇ ਮੇਰੇ ਕੋਲ ਲੱਖ ਹੋਵੇਗਾ, ਬੱਲੇ ਬੱਲੇ ਬਹੁਤ ਹੈ। ਜਦੋਂ ਤੁਹਾਡੇ ਕੋਲ ਲੱਖ ਹੋਏਗਾ, ਤੁਸੀਂ ਸਕੂਟਰ ਖਰੀਦੋਗੇ, ਘਰ ਦਾ ਕੋਈ ਹੋਰ ਸਮਾਨ ਖਰੀਦ ਲਓਗੇ, ਉਹ ਮੁੱਕ ਜਾਣਾ। ਤੁਸੀਂ ਕਹੋ ਤਾਂ ਕੁਛ ਵੀ ਨਹੀਂ, ਥੋੜ੍ਹੇ ਜਿਹੇ ਸਨ। ਇੰਨੇ ਲੱਖ ਹੋਣਾ ਚਾਹੀਦਾ। ਉਹਨੇ ਲੱਖ ਹੋ ਗਿਆ, ਤੁਸੀਂ ਵੱਡੀ ਸਾਰੀ ਗੱਡੀ ਲੈ ਲਈ, ਉਹ ਸਾਰੀ ਗੱਡੀ 'ਤੇ ਲੱਗ ਗਏ, ਮੁੱਕ ਗਏ ਪੈਸੇ। ਨਹੀਂ ਯਾਰ, ਕਰੋੜ ਹੋਣਾ ਚਾਹੀਦਾ। ਇਹ ਮਨ ਨਹੀਂ ਰਜਿਆ ਕਰਦਾ। ਕਿਉਂਕਿ ਜਿਉਂ-ਜਿਉਂ ਸਾਡੇ ਕੋਲ ਪੈਸਾ ਹੋਵੇਗਾ, ਤਿਉਂ-ਤਿਉਂ ਸਾਡਾ ਸਟੈਂਡਰਡ ਹਾਈ ਹੋਈ ਜਾਏਗਾ। ਹੁਣ ਹਿੰਦੁਸਤਾਨ ਐਸੇ ਅਮੀਰ ਲੋਕ ਨੇ ਜਿਨ੍ਹਾਂ ਦੀ 14 ਮੰਜ਼ਲੀਆਂ ਕੋਠੀਆਂ ਨੇ। ਹੈਲੀਕਾਪਟਰ ਉਹਨਾਂ ਦੀ ਕੋਠੀ ਦੇ ਉੱਤੇ ਉਤਰਦਾ ਹੈ। 14 ਮੰਜ਼ਲੀ ਹੈਲੀਕਾਪਟਰ ਵੀ ਉਤਰਦਾ ਹੈ। ਇੰਨੀਆਂ ਸਹੂਲਤਾਂ ਨੇ। ਸੋ ਇਸ ਲਈ ਮਨ ਨਹੀਂ ਰੱਜਿਆ ਕਰਦਾ ਕਦੇ। ਇਹ ਨਾਮ ਤੋਂ ਬਿਨਾਂ ਰੱਜਦਾ ਹੀ ਨਹੀਂ ਹੈ। ਨਾਮ ਜਪਣ ਵਾਲੇ ਨੂੰ ਸਬਰ ਸੰਤੋਖ ਆਉਂਦਾ ਹੈ। ਪਿਆਰ ਸਹਿ ਜਦੋਂ ਮਨੁੱਖ ਪਰਮਾਤਮਾ ਦਾ ਨਾਮ ਜਪਦਾ, ਮਨ ਤ੍ਰਿਪਤਸ ਹੈ, ਮਨ ਫਿਰ ਰੱਜ ਜਾਂਦਾ ਹੈ। ਸਹਿ ਸਬਾ ਦੇ ਮੂੰਹ ਨਿਕਲਦਾ, ਦਾਤੇ ਦਾ ਦਿੱਤਾ ਬਹੁਤ ਹੈ। ਫਿਰ ਐਂ ਕਹਿੰਦਾ, ਇੱਕ ਤਾਂ ਉੱਤੋਂ ਕਹਿਣਾ, ਦੂਜੇ ਦੇ ਅੱਗੇ ਕਹਿੰਦੇ ਜੇ ਦਾਤੇ ਦਾ ਦਿੱਤਾ ਬਹੁਤ ਹੈ, ਘਰ ਆ ਕੇ ਕਹਿੰਦੇ ਤਾਂ ਥੋੜ੍ਹਾ ਹੈ, ਫਲਾਣੇ ਨੂੰ ਜ਼ਿਆਦਾ ਦਿੱਤਾ, ਮੈਨੂੰ ਥੋੜ੍ਹਾ ਦਿੱਤਾ। ਆਪਣਾ ਥੋੜ੍ਹਾ ਕਦੋਂ ਲੱਗਦਾ ਹੈ? ਜਦੋਂ ਅਸੀਂ ਮੁਕਾਬਲਾ ਕਿਸੇ ਨਾਲ ਕਰਦੇ ਹਾਂ, ਉਦੋਂ ਆਪਣਾ ਥੋੜ੍ਹਾ ਲੱਗਣ ਲੱਗਦਾ। ਇੱਕ ਲਾਈਨ ਤੁਸੀਂ ਕਾਗਜ਼ 'ਤੇ ਖਿੱਚੀ ਹੈ, ਕਾਫੀ ਲੰਬੀ ਖਿੱਚਦੀ, ਉਹਦੇ ਲਈ ਇੱਕ ਹੋਰ ਲਾਈਨ ਉਦੋਂ ਲੰਮੀ ਖਿੱਚ ਦਿਓ, ਤੁਹਾਡੀ ਲਾਈਨ ਛੋਟੀ ਹੋ ਗਈ ਨਾ, ਛੋਟੀ ਹੋ ਗਈ।
ਜੇ ਉਹਦੇ ਨਾਲ ਇੱਕ ਛੋਟੀ ਲਾਈਨ ਖਿੱਚ ਦਿਓ, ਗਰੀਬ ਵੱਲ ਵੇਖੋ, ਫਿਰ ਤੁਸੀਂ ਤੁਹਾਡੇ ਕੋਲ ਅਮੀਰ ਹੋ, ਤੁਸੀਂ ਆਪਣੇ ਤੋਂ ਵੱਧ ਅਮੀਰ ਵੱਲ ਵੇਖੋ, ਤੁਸੀਂ ਗਰੀਬ ਹੋ। ਅਮੀਰੀ ਗਰੀਬੀ ਦਾ ਪਤਾ ਮੁਕਾਬਲਾ ਕਰਕੇ ਲੱਗਦਾ, ਉਂਝ ਨਹੀਂ। ਉਂਝ ਥੋੜ੍ਹੇ ਪੈਸੇ ਨਾਲ ਹੀ ਸਰ ਜਾਂਦਾ, ਪਰ ਜੋ ਅਸੀਂ ਮੁਕਾਬਲਾ ਕਰਦੇ ਹਾਂ ਫਿਰ ਬਹੁਤ ਸਾਰੇ ਚਾਹੀਦੇ ਨੇ, ਫਿਰ ਬਹੁਤ ਸਾਰੇ ਚਾਹੀਦੇ ਨੇ। ਆਪਣੀ ਕਾਰ ਫਿਰ ਛੋਟੀ ਲੱਗਦੀ ਹੈ, ਦੂਜੇ ਦੀ ਵੱਡੀ ਲੱਗਦੀ ਹੈ। ਹਾਏ ਉਹ ਐਡੀ ਹੋਵੇ, ਉਹ ਲੈ ਲਈ, ਕੋਲ ਰਿਸ਼ਤੇਦਾਰ ਹੋਰ ਮਿਲਣ ਆ ਗਏ, ਜੇ ਕੋਲ ਉਦੋਂ ਵੀ ਮਹਿੰਗੀ ਹੈ, ਆਪਣੀ ਫਿਰ ਘਟੀਆ ਲੱਗਣ ਲੱਗ ਜਾਏਗੀ। ਇਸ ਲਈ ਇਹ ਮਨ ਨਹੀਂ ਰੱਜਿਆ ਕਰਦਾ। ਇਸ ਲਈ ਮਨ ਦੇ ਮਗਰ ਲੱਗ ਕੇ ਆਪਣੀ ਸਾਰੀ ਜ਼ਿੰਦਗੀ ਨੂੰ ਅਪਸੈਟ ਕਰਨ ਦਾ ਕੋਈ ਫਾਇਦਾ ਨਹੀਂ। ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ, ਦਾਤਾ ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦੇਵੇਗਾ, ਅਤੇ ਨਾਲੇ ਤੁਹਾਡੇ ਮਨ ਦੇ ਵਿੱਚ ਸਬਰ ਸੰਤੋਖ ਪੈਦਾ ਕਰ ਦੇਵੇਗਾ। ਕੋਮਲ ਬਾਣੀ ਸਭ ਕੋ ਸੰਤੋਖ ਹੈ। ਕੋਮਲ ਬਾਣੀ, ਇਹ ਗੁਰਬਾਣੀ ਮਿੱਠੀ ਬਾਣੀ ਹੈ, ਮਿੱਠੀ ਹੈ ਜੀ। ਕੋਇਲ ਦੀ ਆਵਾਜ਼ ਬੜੀ ਕੋਮਲ ਹੈ, ਪਰ ਮਿੱਠੀ ਹੈ। ਕਈ ਖੁੜਦੜਾ ਬੋਲਦੇ ਨੇ, ਕਈ ਬੜਾ ਮਿੱਠਾ ਬੋਲਦੇ ਨੇ, ਕੋਮਲ ਬੋਲਦੇ। ਕਈ ਦੇ ਸ਼ਬਦ ਬੜੇ ਕੋਮਲ ਹੁੰਦੇ ਨੇ, ਕਈ ਦੇ ਸ਼ਬਦ ਖੁੜਦੜੇ ਹੁੰਦੇ ਨੇ। ਇਹ ਕੋਮਲ ਬਾਣੀ ਹੈ, ਸਭ ਕੋ ਸੰਤੋਖ ਹੈ। ਜਿਹੜਾ ਵੀ ਬਾਣੀ ਪੜ੍ਹਦਾ ਉਹਦੇ ਅੰਦਰ ਸਬਰ ਸੰਤੋਖ ਪੈਦਾ ਹੁੰਦਾ। ਪੰਜ ਭੂ ਆਤਮਾ, ਇਹ ਜਿਹੜਾ ਸਾਡੇ ਸਰੀਰ ਹੈ, ਪੰਜਾਂ ਤੱਤਾਂ ਦਾ ਬਣਿਆ ਹੋਇਆ ਹੈ। ਹਰ ਨਾਮ ਰਸ ਭੁੱਖ ਹੈ। ਜੇ ਨਾਮ ਜਪੇਗਾ ਨਾ, ਇਹਨੂੰ ਨਾਮ 'ਚੋਂ ਰਸ ਆਵੇਗਾ। ਸਾਡਾ ਜਿਹੜਾ ਪੰਜਾਂ ਤੱਤਾਂ ਦਾ ਬਣਿਆ ਹੋਇਆ ਸਰੀਰ ਹੈ, ਭੁੱਖ ਹੈ। ਭੁੱਖਾਂ ਦਾ ਪਾਲਣਾ ਪੋਸ਼ਣਾ ਕਰਨਾ, ਇਹ ਸਰੀਰ ਪ੍ਰਫੁੱਲਤ ਹੋ ਜਾਏਗਾ, ਖਿੜਿਆ ਰਹੇਗਾ। ਗੁਰ ਪੂਰੇ ਤੇ ਨਿਸ਼ਚੈ ਪਾਈਐ, ਪੂਰੇ ਗੁਰੂ ਰਾਹੀਂ ਇਹ ਨਿਸ਼ਚਾ ਹੋ ਜਾਂਦਾ ਹੈ। ਕੀ ਨਿਸ਼ਚਾ ਹੁੰਦਾ? ਨਾਨਕ ਰਾਮ ਰਪਤ ਫਿਰ ਜੋੜ ਨਾ ਆਈਏ। ਰਮਤ ਹੁੰਦਾ ਜਪਣਾ, ਪਰਮਾਤਮਾ ਦਾ ਨਾਮ ਜਪ ਕੇ ਫਿਰ ਜੋੜ ਨਾ ਆਈਏ, ਫਿਰ ਮਨੁੱਖ ਦੁਬਾਰਾ ਜਨਮ ਨਹੀਂ ਲੈਂਦਾ। ਇਹ ਪੂਰੇ ਗੁਰੂ ਤੋਂ ਨਿਸ਼ਚਾ ਆ ਜਾਂਦਾ ਹੈ। ਨਾਮ ਜਪੀ ਜੋ, ਜਪੀ ਜੋ, ਜਪੀ ਜੋ, ਫਿਰ ਦੁਬਾਰਾ ਜਨਮ ਦੀ ਲੋੜ ਹੀ ਨਹੀਂ ਪੈਂਦੀ ਹੈਗੀ। ਸ਼ਰਤ ਜਿੰਨੇ ਨਾਮ ਜਪਣਾ ਉਹਨੂੰ ਸ਼ੁਭ ਕਰਮ ਕਰਨੇ ਪੈਣਗੇ। ਜੇ ਉਹਦੇ ਕਰਮ ਸ਼ੁਭ ਨਹੀਂ ਤਾਂ ਫਿਰ ਨਹੀਂ ਗੱਲ ਬਣੇਗੀ, ਫਿਰ ਹੋਰ ਜਨਮ ਲੈਣਾ ਪਵੇਗਾ। ਅਗਰ ਕਰਮ ਸ਼ੁਭ ਹੋਣ ਅਤੇ ਨਾਲ ਤੁਸੀਂ ਨਾਮ ਜਪ ਰਹੇ ਹੋ, ਕੋਈ ਚਿੰਤਾ ਕਰਦੇ, ਨਾ ਕਿਸੇ ਧਰਮਰਾਜ ਦਾ ਡਰ ਹੈ, ਨਾ ਕਿਸੇ ਜਮ ਦਾ ਡਰ ਹੈ ਵੀ ਮੈਨੂੰ ਜਮ ਲੈਣ ਆਉਣਗੇ ਜੀ, ਨਾ ਧਰਮਰਾਜ ਦਾ ਡਰ ਹੈ। ਕਿਉਂਕਿ ਧਰਮਰਾਜ ਤਾਂ ਨਾਮ ਜਪਣ ਵਾਲੇ ਕੁਰਸੀ 'ਚ ਖਾਲੀ ਕਰ ਦਿੰਦਾ, ਖੜਾ ਹੋ ਜਾਂਦਾ ਉਹਨੂੰ, ਆਓ ਜੀ, ਆਓ ਜੀ, ਜੀ ਹੈ। ਸੋ ਨਾਮ ਜਪਣ ਦਾ ਇੱਥੇ ਵੀ ਸਤਿਕਾਰ, ਧਰਮਰਾਜ ਦੇ ਵੀ ਸਤਿਕਾਰ ਹਨ। ਕੰਮ ਉਹ ਕਰਨਾ ਚਾਹੀਦਾ ਤੇ ਲੋਕ 'ਚ ਵੀ ਫਾਇਦਾ ਹੋਵੇ, ਪਰਲੋਕ 'ਚ ਵੀ ਫਾਇਦਾ ਹੋਵੇ। ਕਈ ਚੀਜ਼ਾਂ ਦਾ ਲੋਕ 'ਚ ਤਾਂ ਫਾਇਦਾ ਹੈ, ਪਰ ਪਰਲੋਕ 'ਚ ਨਹੀਂ ਹੈਗਾ। ਤੁਹਾਡੇ ਕੋਲ ਬਹੁਤ ਮਾਇਆ ਹੈ, ਬੜਾ ਫਾਇਦਾ। ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ। ਇਸ ਮਾਇਆ ਕੇ ਤੀਨ ਨਾਮ, ਪਰਸੂ ਪਰਸਾ ਪਰਸਰਾਮ। ਛੋਟਿਆਂ ਦੇ ਕਹਾਣੀ ਸੀ ਪੜ੍ਹਦੇ। ਮਾਂ ਨੇ ਨਾਮ ਰੱਖਿਆ ਪਰਸਰਾਮ। ਪੈਦਾ ਗਰੀਬ ਘਰ 'ਚ ਹੋ ਗਿਆ, ਸਾਰੇ ਉਹ ਪਰਸੂ ਕਿੱਥੇ ਚਲੇ। ਫਿਰ ਕਿਸੇ ਕਾਰਨ ਥੋੜ੍ਹੇ ਜਿਹਾ ਅਮੀਰ ਹੋ ਗਏ। ਆ ਬਈ ਪਰਸਿਆ, ਕੀ ਹਾਲ ਚਾਲ ਹੈ। ਹੋਰ ਬਹੁਤ ਅਮੀਰ ਹੋ ਗਿਆ, ਚੁਬਾਰਾ ਪਾ ਲਿਆ। ਹੇਠੋਂ ਆਵਾਜ਼ ਵਿੱਚ, ਪਰਸਰਾਮ ਜੀ ਘਰ ਹੋ। ਬੰਦਾ ਤਾਂ ਉਹੀ ਹੈ, ਬੰਦਾ ਉਹੀ ਹੈ। ਮਾਇਆ ਕਰ ਉਹਦੇ ਤਿੰਨ ਨਾਮ ਬਦਲ ਗਏ। ਪਹਿਲਾਂ ਪਰਸੂ ਸੀ, ਹੋਰ ਅਮੀਰ ਹੋ ਗਿਆ ਪਰਸਿਆ, ਹੋਰ ਅਮੀਰ ਹੋ ਗਿਆ ਪਰਸਰਾਮ। ਤਾਂ ਕਹਿੰਦੇ ਜਿਹਦੇ ਕੋਲ ਮਾਇਆ ਉਹਦੇ ਕਮਲੇ ਵੀ ਸਿਆਣੇ। ਇਸ ਲਈ ਮਾਇਆ ਆਪੇ ਹੀ ਸਿਆਣੇ ਨੇ। ਮਾਇਆ ਕਦਰ ਕਰਵਾਉਂਦੀ ਲੋਕਾਂ ਤੋਂ ਹਨ। ਹੁਣ ਕਈ ਗਰੀਬਾਂ ਦਾ ਖੜੇ ਹੋਣ ਨੂੰ ਜੀਅ ਕਰਦਾ ਵੀ ਆਪਾਂ ਵੀ ਇਲੈਕਸ਼ਨ ਲੜੋ ਯਾਰ, ਪਰ ਇੰਨੀ ਮਾਇਆ ਕਿੱਥੋਂ ਲਿਆਉਣ, ਮਾਇਆ ਕਿੱਥੋਂ ਲਿਆਉਣ। ਕਈ ਇਮਾਨਦਾਰਾਂ ਦਾ ਜੀਅ ਕਰਦਾ ਯਾਰ ਆਪਾਂ ਇਲੈਕਸ਼ਨ ਲੜੀਏ, ਇਹਨਾਂ ਕੀ ਗੰਦ ਪਾਇਆ ਹੋਇਆ, ਕਿੰਨੇ ਕਰਪਟ ਇਕੱਠੇ ਕੀਤੇ ਹੋਏ। ਉਹਦੇ ਕੋਲ ਪੈਸੇ ਨਹੀਂ ਹੈਗੇ, ਉਹਨੂੰ ਕੋਈ ਵੋਟ ਹੀ ਨਹੀਂ ਪੈਂਦਾ,
ਹੁਣ ਵੋਟ ਨਹੀਂ ਕੋਈ ਪਾਉਂਦਾ। ਇਮਾਨਦਾਰ ਨੂੰ ਤਾਂ ਲੋਕ ਵੋਟ ਪਾ ਕੇ ਵੈਸੇ ਹੀ ਨਹੀਂ ਰਾਜੀ। ਇਹ ਤਾਂ ਲੁੱਚਿਆਂ ਲਫੰਗਿਆਂ ਨੂੰ ਬੇਈਮਾਨਾਂ ਨੂੰ ਵੋਟ ਪਾਉਂਦੇ ਨੇ, ਉਹਨਾਂ ਦੇ ਮਗਰ ਤੁਰੇ ਫਿਰਦੇ ਵੀ ਸਾਡਾ ਕੱਲ੍ਹ ਇਹ ਕੰਮ ਕਰਾਏਗਾ, ਕਿ ਉਹ ਲੋਕਾਂ ਨੇ ਪੁੱਠੇ ਕੰਮ ਕਰਨੇ ਨੇ ਅਤੇ ਲੁੱਚਾ ਲਫੰਗਾ ਤੁਹਾਡੇ ਪੁੱਠੇ ਕੰਮ ਕਰਵਾ ਸਕਦਾ। ਜਿਹੜਾ ਇਮਾਨਦਾਰ ਉਹ ਤਾਂ ਕਹੇਗਾ ਨਾ ਭਾਈ ਤੇਰਾ ਕੰਮ ਗਲਤ ਹੈ, ਮੈਂ ਨਹੀਂ ਕਰ ਸਕਦਾ। ਉਹ ਤਾਂ ਕਹਿ ਦੂਗਾ ਨਾ ਭਾਈ ਤੇਰਾ ਕੰਮ ਗਲਤ ਹੈ, ਮੈਂ ਨਹੀਂ ਸਿਫਾਰਿਸ਼ ਕਰਦਾ। ਇਮਾਨਦਾਰ ਨੂੰ ਤਾਂ ਲੋਕ ਜਿਤਾਉਂਦੇ ਹੀ ਨਹੀਂ। ਕਿਉਂ? ਇਮਾਨਦਾਰ ਲੋਕ ਹੈ ਨਹੀਂ ਘੱਟ। 100 'ਚੋਂ 20 ਬੰਦੇ ਮਸਾਂ ਇਮਾਨਦਾਰ ਨੇ। ਇੱਕ ਪਾਸੇ 80 ਵੋਟਾਂ ਨੇ, ਇੱਕ ਪਾਸੇ 20 ਵੋਟਾਂ ਨੇ। ਕਿਵੇਂ ਜਿੱਤੋਗੇ ਤੁਸੀਂ? ਕਿਵੇਂ ਜਿੱਤੋਗੇ? ਨਹੀਂ ਜਿੱਤ ਸਕਦੇ। ਗਰੀਬਾਂ ਦੀ ਵੋਟਾਂ ਖਰੀਦਣ ਲਈ ਤੁਹਾਡੇ ਕੋਲ ਪੈਸਾ ਨਹੀਂ ਹੈਗਾ ਕਿ ਤੁਸੀਂ ਗਰੀਬ ਹੋ, ਇਸ ਲਈ ਬਸ ਖਤਮ ਕੰਮ। ਗਰੀਬ ਆਪਣੀ ਵੋਟ ਵੇਚਦਾ ਹੈ। ਕੋਈ ਸ਼ਰਾਬ ਦੀ ਬੋਤਲ ਮਗਰੇ, ਕੋਈ 1000 ਰੁਪਏ ਮਗਰ, ਕੋਈ 1500 ਮਗਰ, ਜਿੰਨਾ ਕੋਈ ਦੇ ਗਿਆ। ਕਈਆਂ ਨੇ ਮੈਂ ਗੱਲ ਕੀਤੀ ਹੈ, ਉਹ ਕਹਿੰਦੇ ਇਸ ਦਾ ਜਿਹੜਾ ਆਉਂਦਾ ਅਕਾਲੀ ਮੰਨ ਲਓ ਪਹਿਲਾਂ ਆ ਕੇ ਦੇਖੋ ਜੀ, ਕਾਂਗਰਸੀ ਆਇਆ ਸੀ, ਉਹ ਸਾਨੂੰ ਦਿੰਦਾ 1000 ਰੁਪਏ ਵੋਟ ਪਿੱਛੇ। ਤੁਸੀਂ ਬੋਲੋ ਕੀ ਦਿੰਦੇ? ਉਹ ਕਿਹਾ ਅਸੀਂ 1200 ਦਿੰਦੇ। ਠੀਕ, ਅੱਛਾ ਕੋਈ। ਫਿਰ ਆ ਗਏ ਦੂਜੇ, ਸਾਨੂੰ ਵੋਟ ਪਾਓ ਜੀ। ਦੇਖੋ ਜੀ ਸਾਨੂੰ ਤਾਂ 1200 ਦਿੰਦੇ ਸੀ, ਤੁਸੀਂ ਦੱਸੋ ਕੀ ਦਿੰਦੇ? ਅਸੀਂ ਤਾਂ 1500 ਦਿੰਦੇ। ਕਿ ਜਿਹੜਾ ਵੱਧ ਦੇ ਜਾਂਦਾ ਉਹਨੂੰ ਵੋਟ ਪਾ ਦਿੰਦੇ। ਮੈਂ ਕਿਉਂ? ਕਹਿੰਦੇ ਬਾਬਾ ਜੀ ਅਸੀਂ ਤਾਂ ਤੁਹਾਡੇ ਦਿਹਾੜੀ ਕਰਨੀ, ਆਹੀ ਦਿਹਾੜੀ ਕਰਨੀ। ਜੇ ਰਿਕਸ਼ੇ ਵਾਲਾ ਕਹਿੰਦਾ ਮੈਂ ਤਾਂ ਰਿਕਸ਼ੇ ਚਲਾਉਣਾ ਜੀ, ਜਿਹੜਾ ਦਿਹਾੜੀ ਕਰਨਾ ਕਹਿੰਦਾ ਮੈਂ ਤਾਂ ਦਿਹਾੜੀ ਕਰਨੀ ਹੈ ਜੀ। ਇਹ ਹੈ ਨਾ, ਕੋਈ ਸਰਕਾਰ ਬਣੋ ਕਹਿੰਦਾ ਅਸੀਂ ਤਾਂ ਦਿਹਾੜੀ ਕਰਨੀ ਹੈ ਜੀ। ਰਿਕਸ਼ੇ ਵਾਲਾ ਕਹਿੰਦਾ ਮੈਂ ਤਾਂ ਰਿਕਸ਼ੇ ਚਲਾਉਣੇ, ਸਰਕਾਰ ਕੋਈ ਬਣੋ ਜੀ। ਇਸ ਲਈ ਗਰੀਬ ਦੀ ਵੋਟ ਵਿਕਦੀ ਹੈ। ਇਮਾਨਦਾਰ ਕੋਲ ਪੈਸੇ ਇੰਨੇ ਹੁੰਦੇ ਨਹੀਂ ਹੈਗੇ, ਇਸ ਨੂੰ ਜਿੱਤਦੇ ਨਹੀਂ। ਵੋਟ ਖਰੀਦ ਸਕਦੇ, ਜਿੱਤਦਾ ਨਹੀਂ। ਜਿਹੜੇ ਪੜ੍ਹੇ ਲਿਖੇ ਲੋਕ ਨੇ ਇਹ 50% ਵੋਟ ਹੀ ਨਹੀਂ ਪਾਉਣ ਜਾਂਦੇ। ਸਮੱਸਿਆ ਤਾਂ ਇਹ ਨੁਕਤਾ ਜਿੰਨੀ ਸਰਕਾਰ ਦੀ ਸਭ ਤੋਂ ਵੱਧ ਪੜ੍ਹੇ ਲਿਖੇ ਕਰਦੇ ਨੇ, ਪਰ ਵੋਟ ਪਾਉਣ ਵੇਲੇ ਜਦ ਤੁਸੀਂ ਜਾਓਗੇ ਤਾਂ ਗਰੀਬ ਹੀ ਗਰੀਬ ਤੁਹਾਨੂੰ ਲਾਈਨ 'ਚ ਵਿਖਾਈ ਦੇਣਗੇ, ਅਮੀਰ ਤਾਂ ਬਹੁਤ ਘੱਟ ਦਿਖਾਈ ਦਿੰਦੇ ਨੇ। ਉਹਨਾਂ ਕੋਲ ਕੋਈ ਉਹ ਛੱਡੋ ਯਾਰ ਦਫਾ ਕਰੋ, ਇਹ ਸਾਰੇ ਹੀ ਇਹੋ ਜਿਹੇ ਨੇ, ਕਿਹੜਾ ਆਵੇ ਗਰਮੀ ਜਾਏਗਾ ਉੱਥੇ ਵੋਟ ਪਾਉਣ, ਚੱਲ ਬੈਠੇ ਆਪਣੇ ਏਸੀ ਲਾ ਕੇ ਗਏ ਨਹੀਂ। ਗਰੀਬ ਜਾਂਦੇ ਨੇ, ਉਹਨਾਂ ਦੀ ਵੋਟ ਖਰੀਦਣ ਨੇ ਅਗਲੇ। ਗੱਲ ਤਾਂ ਆਹ ਹੈ ਜੀ। ਇਸ ਲਈ ਇਹ ਤਾਂ ਇਸ ਦੇਸ਼ ਦਾ ਤਾਂ ਇਹੀ ਹਾਲ ਰਹਿਣਾ। ਸਾਰੇ ਤੁਹਾਨੂੰ ਸਬਜ਼ ਬਾਗ ਵਿਖਾਈ ਜਾਣੇ ਨੇ। ਹੁਣ ਮੰਨ ਲਓ ਮੈਂ 4 ਕਰੋੜ ਰੁਪਈਆ ਲਾ ਕੇ ਇਲੈਕਸ਼ਨ ਜਿੱਤਿਆ, ਤਾਂ ਮੈਂ 4 ਕਰੋੜ ਤਾਂ ਇਹ ਇਕੱਠਾ ਕਰੂੰਗਾ, ਅਗਲੀ ਇਲੈਕਸ਼ਨ ਲਈ 4 ਕਰੋੜ ਹੋਰ ਇਕੱਠਾ ਕਰੂੰਗਾ, 8 ਕਰੋੜ ਕਰੂੰਗਾ। ਅਤੇ ਜੇ 117 ਬੰਦੇ 8-8 ਕਰੋੜ ਇਕੱਠਣ ਲੱਗੇ, ਸਾਡੇ ਸੇ ਕੀ ਸੁਆਹ ਹੋਣਾ? ਸਾਨੂੰ ਸਾਡੇ ਸੇ ਕੀ ਹੁਣ ਦਾਨੀ ਜਾਨੀ। ਚਲੋ ਸਤਿ ਸ੍ਰੀ ਅਕਾਲ। ਸੋ ਗੁਰੂ ਮਹਾਰਾਜ ਕਹਿੰਦੇ ਭਾਈ ਨਾਮ ਜਪੇ ਜੋ, ਹੋਰ ਕੀ ਹੋ ਸਕਦਾ? ਇਹ ਢਾਂਚਾ ਹੀ ਇਹੋ ਜਿਹਾ। ਨਾਨਕ ਰਾਮ ਰਮਤ ਫਿਰ ਜੋਣ ਨਾ ਆਈਏ। ਨਾਮ ਜਪ ਕੇ ਫਿਰ ਮਨੁੱਖ ਜੂਨੀਆਂ 'ਚ ਨਹੀਂ ਆਉਂਦਾ। ਸ਼ਲੋਕ। 3 ਗੁਣਾ ਮੈਂ ਵਿਆਪਿਆ, ਪੂਰਨ ਹੋਤ ਨਾ ਕਾ। ਮਾਇਆ ਦੇ 3 ਗੁਣ ਨੇ, ਰਜੋ ਤਮੋ ਸਤੋ। ਇਹ ਸਾਰਾ ਸੰਸਾਰ ਮਾਇਆ ਦੇ 3 ਗੁਣਾਂ 'ਚ ਹੀ ਫਸਿਆ ਹੋਇਆ ਹੈ। ਕੋਈ ਤਮੋ ਗੁਣੀ ਹੈ, ਕੋਈ ਰਜੋ ਗੁਣੀ ਹੈ, ਕੋਈ ਸਤੋ ਗੁਣੀ ਹੈ। ਸਾਰਾ ਸੰਸਾਰ ਇਹਨਾਂ 3 ਤਾਪਾਂ ਦੇ ਵਿੱਚ ਹੈ। ਇਹਨੂੰ ਤਾਪ ਕਹਿੰਦੇ ਨੇ। 3 ਤਾਪ ਹੋਰ ਵੀ ਨੇ, ਉਹ ਅੱਗੇ ਆਉਣਗੇ। ਇਹ ਤਾਂ ਜੇ ਗੁਣ ਨੇ ਨਾ ਮਾਇਆ ਦੇ, ਮਾਇਆ ਦੇ 3 ਗੁਣ ਨੇ, ਰਜੋ ਤਮੋ ਸਤੋ। ਪੂਰਨ ਹੋਤ ਨਾ ਕਾਮ, ਇਸ ਲਈ ਦੇ ਕੰਮ ਪੂਰਨ ਨਹੀਂ ਹੁੰਦੇ। ਇਹ ਇਸ ਮਾਇਆ 'ਚ ਹੀ ਫਸਿਆ ਰਹਿੰਦਾ ਹੈ। ਕੋਈ ਤਮੋ ਗੁਣੀ ਹੈ, ਨਸ਼ੇ ਕਰਕੇ ਪਿਆ ਹੈ ਬਸ, ਨਾ ਕੋਈ ਆਪਣੇ ਫਾਇਦੇ ਦੇ ਲਈ ਕੰਮ ਕਰਨਾ, ਨਾ ਕੋਈ ਪਰਿਵਾਰ ਲਈ ਕੁਛ ਕਰਨਾ, ਬਸ ਪਿਆ। ਉਹ ਤਾਂ ਨਿੱਜ ਤੱਕ ਹੈ। ਕੁਝ ਕਹਿੰਦੇ ਆਪਣਾ ਫਾਇਦਾ ਹੋਣਾ ਜੀ, ਬਾਕੀ ਭਾਵੇਂ ਕਿਸੇ ਦਾ ਨੁਕਸਾਨ ਹੋਈ ਜਾਵੇ। ਬਹੁਤ ਘੱਟ ਲੋਕ ਨੇ ਜਿਹੜੇ ਕਹਿੰਦੇ ਆਪਣਾ ਵੀ ਭਲਾ ਹੋਵੇ, ਦੂਜੇ ਦਾ ਵੀ ਭਲਾ ਹੋਵੇ। ਸਾਰਾ ਸੰਸਾਰ ਇਹਨਾਂ 3 ਦੇ ਵਿੱਚ ਹੀ ਲੱਗਾ ਹੋਇਆ ਹੈ। ਇਸ ਲਈ ਇਹਦੇ ਕੰਮ ਪੂਰੇ ਨਹੀਂ ਹੁੰਦੇ। ਪਤੇ ਤੋਂ ਉਦਾਹਰਨ ਮਨ ਵਸੈ, ਨਾਨਕ ਛੂਟੈ ਨਾ। ਕਹਿੰਦੇ
ਜਦ ਬੰਦਾ ਨਾਮ ਜਪਦਾ ਨਾ, ਫਿਰ ਇਹ ਪਾਪਾਂ ਤੋਂ ਇਹਦਾ ਛੁਟਕਾਰਾ ਹੋ ਜਾਂਦਾ ਹੈ, ਫਿਰ ਇਹਦਾ ਉਧਾਰ ਹੋ ਜਾਂਦਾ ਹੈ। ਕਿਉਂਕਿ ਪਰਮਾਤਮਾ ਪਤਿਤ ਉਦਾਹਰਣ ਹੈ, ਪਾਪੀਆਂ ਦਾ ਭਲਾ ਕਰਨ ਵਾਲਾ ਹੈ। ਉਹ ਮਨ 'ਚ ਵਸ ਜਾਂਦਾ ਹੈ। ਨਾਨਕ ਛੂਟਿਆ ਨਾਮ, ਅਤੇ ਨਾਮ ਜਪ ਕੇ ਇਹਦਾ ਫਿਰ ਮਨੁੱਖ ਦਾ ਛੁਟਕਾਰਾ ਹੋ ਜਾਂਦਾ ਹੈ। ਨਾਮ ਜਪਾਂਗੇ ਤਾਂ ਪਰਮਾਤਮਾ ਨੇ ਸਾਡੇ ਮਨ 'ਚ ਵਸਣਾ ਹੈ, ਤਾਂ ਸਾਡਾ ਛੁਟਕਾਰਾ ਹੋਣਾ, ਨਹੀਂ ਤੇ ਸਾਡੇ ਹੋਤ ਨਾ ਕਾਮ, ਅਸੀਂ ਇਹਨਾਂ 'ਚ ਫਸੇ ਰਹਿਣਾ ਹੈ। ਪੌੜੇ ਤ੍ਰੋਦਸੀ ਤੀਨ ਤਾਪ ਸੰਸਾਰ, ਤਿੰਨ ਤਾਪ ਗਿਣੇ ਗਏ ਨੇ, ਆਦਿ ਵਿਆਦ ਉਪਾਦ। ਆਦ ਮਾਨਸਿਕ ਦੁੱਖ, ਵਿਆਦ ਸਰੀਰਕ ਦੁੱਖ, ਆਦਿ ਉਪਾਦ ਅਚਾਨਕ ਵਿਪਤਾਵਾਂ। ਸੋ ਸਾਰਾ ਸੰਸਾਰ ਇਹਨਾਂ ਤਿੰਨਾਂ ਤਾਪਾਂ ਦੇ ਵਿੱਚ ਫਸਿਆ ਹੋਇਆ ਹੈ। ਆਵਤ ਜਾਤ ਨਰਕ ਅਵਤਾਰ, ਇਹ ਜੰਮਦਾ ਰਹਿੰਦਾ ਹੈ, ਮਰਦਾ ਰਹਿੰਦਾ ਹੈ, ਅਤੇ ਨਰਕਾਂ ਦੇ ਵਿੱਚ ਜਾਂਦਾ। ਅਵਤਾਰ ਦੇ ਜਨਮ ਲੈਣਾ, ਇਹ ਫਿਰ ਨਰਕਾਂ ਦੇ ਵਿੱਚ ਜਨਮ ਲੈਂਦਾ ਹੈ। ਹਰ ਹਰ ਭਜਨ ਮਨ ਮੈਂ ਆਇਓ, ਹਰੀ ਦੀ ਭਜਨ ਬੰਦਗੀ ਤਾਂ ਮਨ 'ਚ ਵਸੀ ਨਹੀਂ ਹੈ। ਇਹ ਤਾਂ ਮਨ 'ਚ ਕਦੇ ਖਿਆਲ ਹੀ ਨਹੀਂ ਆਇਆ ਵੀ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ। ਦੁੱਖ ਇਸ ਗੱਲ ਦਾ ਹੈ, ਸੰਸਾਰ ਦੇ ਵਿੱਚ ਇੱਕੋ ਇੱਕ ਦੇਸ਼ ਹੈ ਜਿਹੜਾ ਪਰਮਾਤਮਾ ਨੇ ਭਜਨ ਬੰਦਗੀ ਲਈ ਬਣਾਇਆ, ਉਹ ਹੈ ਇੰਡੀਆ। ਪਰ ਜਿੰਨੇ ਬੇਈਮਾਨ ਇੰਡੀਆ 'ਚ ਰਹਿੰਦੇ, ਉਹਨੇ ਹੋਰ ਕਿਸੇ ਸੰਸਾਰ 'ਚ ਨਹੀਂ ਹੈਗੇ। ਦੇਖੋ ਕਿਆ ਹੈਰਾਨੀ ਦੀ ਗੱਲ ਹੈ। ਜਿੰਨੀ ਭਜਨ ਬੰਦਗੀ ਹਿੰਦੁਸਤਾਨ 'ਚ ਹੁੰਦੀ ਹੈ, ਇਹਨੀ ਕਿਸੇ ਵੀ ਦੇਸ਼ 'ਚ ਨਹੀਂ ਹੁੰਦੀ। ਪਰ ਜਿੰਨੇ ਬੇਈਮਾਨ ਹਿੰਦੁਸਤਾਨ 'ਚ ਨਹੀਂ, ਇਹਨੇ ਹੋਰ ਕਿਸੇ ਵੀ ਦੇਸ਼ 'ਚ ਨਹੀਂ ਹੈਗੇ। ਕਿਤੇ ਬੇਈਮਾਨ ਨਾ ਹੋਣ, ਬੱਲੇ ਬੱਲੇ ਬੱਲੇ, ਸਾਡੇ ਤਾਂ ਬੱਲੇ ਬੱਲੇ ਹਿੰਦੁਸਤਾਨ ਦੀ ਅਜੇ ਨਹੀਂ ਸੀ ਹੁਣ। ਉਹ ਬੇਈਮਾਨ ਹੋਣ ਕਰਕੇ ਕਿਸੇ ਦੀ ਆਤਮਿਕ ਤਰੱਕੀ ਹੋਈ ਨਹੀਂ ਹੋ ਰਹੀ। ਪਰ ਠੀਕ ਹੈ, ਮੱਥੇ ਟੇਕਣ ਜੋਗੇ ਮਨੁੱਖ ਰਹਿ ਗਏ, ਮੱਥੇ ਟੇਕਣ ਜੋਗੇ। ਸਰਵੇ ਕੀਤਾ ਸੀ, ਸਿੱਖ 80% ਸਿੱਖ ਗੁਰਦੁਆਰਾ 'ਚ ਜਾਂਦੇ ਨੇ, ਕ੍ਰਿਸਚੀਅਨ 70% ਉੱਥੇ ਜਾਂਦੇ ਨੇ ਚਰਚ 'ਚ, ਹਿੰਦੂ 50% ਮੰਦਿਰਾਂ 'ਚ ਜਾਂਦੇ ਨੇ, ਸਿੱਖ ਸਭ ਤੋਂ ਵੱਧ ਗੁਰਦੁਆਰੇ ਜਾਂਦੇ। ਫਿਰ ਉਹਨਾਂ ਇਹ ਕਿਹਾ, ਸਿੱਖ ਬਹੁਤੇ ਜਿਹੜੇ ਨੇ ਉਹ ਗੁਰੂ ਦੇ ਸਤਿਕਾਰ ਵਜੋਂ ਗੁਰਦੁਆਰੇ ਮੱਥਾ ਟੇਕਣ ਜਾਂਦੇ ਨੇ। ਹਿੰਦੂ ਮੰਦਰ ਕੇ ਜਾਂਦੇ ਨੇ, ਉਹ ਤਾਂ ਮੰਗਣ ਜਾਂਦੇ ਨੇ, ਉਹ ਮੰਗਣ ਜਾਂਦੇ ਨੇ, ਉਹ ਸਤਿਕਾਰ ਵਜੋਂ ਕੋਈ ਨਹੀਂ ਜਾਂਦਾ, ਮੰਗਣ ਜਾਂਦੇ ਨੇ। ਉਹ ਪਿੱਛੇ ਜਿਹੇ ਸਰਵੇ ਹੋਇਆ ਸੀ। ਕਹਿਣ ਦਾ ਭਾਵ ਹੈ ਵੀ ਇੰਨੀ ਦੁਨੀਆ ਗੁਰਦੁਆਰਿਆਂ, ਮੰਦਿਰਾਂ, ਮਸਜਿਦਾਂ ਅਤੇ ਗਿਰਜਾ ਘਰਾਂ 'ਚ ਜਾਂਦੀ ਹੈ। ਪਰ ਸਾਰੇ ਸੰਸਾਰ ਤੋਂ ਸਭ ਤੋਂ ਵੱਧ ਬੇਈਮਾਨ ਹਿੰਦੁਸਤਾਨ। ਅੱਜ ਅਖਬਾਰ ਪੜ੍ਹਿਆ ਵੀ 22,000 ਕਰੋੜ ਦਾ ਗਬਨ ਕਰ ਗਏ SBI ਬੈਂਕ ਨਾਲ, ਸਟੇਟ ਬੈਂਕ ਆਫ ਇੰਡੀਆ ਨਾਲ 22,000 ਕਰੋੜ ਦਾ ਗਬਨ ਕਰ ਗਏ। ਦੱਸ, ਅਤੇ ਜਿਹੜੇ 9,000 ਕਰੋੜ ਦਾ ਕੀਤਾ, ਉਹ ਵੀ ਬਾਹਰਲੇ ਦੇਸ਼ ਭੱਜ ਗਿਆ। ਇਹ ਵੀ ਭੱਜ ਫੂਜ ਜਾਣਗੇ। ਉਹ ਬੈਠੇ ਬਾਹਰਲੇ ਦੇਸ਼ਾਂ 'ਚ, ਕੋਈ 11,000 ਕਰੋੜ ਦਾ, ਕੋਈ ਕਿੰਨੇ ਦਾ, ਇੱਕ ਅੱਧਾ ਵੀ ਨਹੀਂ। ਗੁਰੂ ਮਹਾਰਾਜ ਕਿਰਪਾ ਕਰਨ, ਸਮੱਤ ਬਖਸ਼ਣ, ਬਸ ਸਾਡਾ ਜੀਵਨ ਸਹੀ ਹੋਵੇ, ਅਸੀਂ ਸੁਖੀ ਹੋ ਸਕੀਏ। ਹਰ ਹਰ ਭਜਨ ਨ ਮਨ ਮੈਂ ਆਇਓ, ਸੁਖ ਸਾਗਰ ਪ੍ਰਭ ਨਿਮਖ ਨ ਗਾਇਓ। ਜੋ ਸੁੱਖਾਂ ਦਾ ਸਾਗਰ ਪਰਮਾਤਮਾ ਹੈ, ਨਿਮਖ ਇੱਕ ਸੈਕਿੰਡ ਲਈ ਉਹਦੇ ਗਾਇਨ ਨਹੀਂ ਕੀਤਾ, ਉਹਦੇ ਗੁਣ ਨਹੀਂ ਗਾਏ। ਪਰਮਾਤਮਾ ਦਾ ਭਜਨ ਕਦੇ ਮਨ 'ਚ ਆਇਆ ਹੀ ਨਹੀਂ ਵੀ ਭਜਨ ਕਰਨਾ ਜੀ, ਨਾ ਭਜਨ ਕਰਨ ਦਾ ਮਨ 'ਚ ਖਿਆਲ ਆਇਆ। ਜਿਹੜਾ ਸੁੱਖਾਂ ਦਾ ਸਾਗਰ ਹੈ ਪਰਮਾਤਮਾ, ਹਾਲਾਂਕਿ ਜੇ ਸੁੱਖ ਚਾਹੀਦਾ ਫਿਰ ਸੁੱਖਾਂ ਦੇ ਸਾਗਰ ਕੋਲ ਜਾ। ਆਨੰਦ ਚਾਹੀਦਾ, ਪਰਮਾਤਮਾ ਆਨੰਦ ਹੀ ਆਨੰਦ ਹੈ, ਉਹ ਪਰਮਾਨੰਦ ਉਹਨੂੰ ਕਹਿੰਦੇ ਨੇ। ਪਰਮਾਤਮਾ ਕੋਲ ਸਭ ਕੁਛ ਹੈ,
ਤੁਸੀਂ ਕੀ ਭਾਵਨਾ ਲੈ ਕੇ ਉਹਦੀ ਭਜਨ ਬੰਦਗੀ ਕਰਦੇ ਹੋ, ਉਹੀ ਤੁਹਾਡੀ ਭਾਵਨਾ ਸਮਾਂ ਪਾ ਕੇ ਪੂਰੀ ਕਰ ਦੇਗਾ। ਹਰਖ ਸੋ ਕਾ ਦੇ ਕਰ ਬਾਂਧਿਓ। ਹਰਖ ਖੁਸ਼ੀ ਨੂੰ ਕਹਿੰਦੇ, ਹਿੰਦੀ ਦਾ ਸ਼ਬਦ ਹੈ ਹਰਸ਼, ਉਸ ਤੋਂ ਬਣਾਇਆ ਹਰਖ ਖੁਸ਼ੀ। ਇਹ ਸਰੀਰ ਕਾਹਦਾ ਹੈ? ਕਦੇ ਖੁਸ਼ੀ ਕਦੇ ਗਮੀ, ਕਦੇ ਖੁਸ਼ੀ ਕਦੇ ਗਮੀ, ਇਹਦੇ 'ਚ ਹੀ ਬੱਝਾ ਹੋਇਆ ਸਰੀਰ। ਦੀਰਘ ਰੋਗ ਮਾਇਆ ਅਸਾਧਿਓ। ਮਾਇਆ ਜਿਹੜਾ ਰੋਗ ਹੈ ਬੜਾ ਲੰਮਾ, ਦੀਰਘ ਉਹਦਾ ਲੰਮਾ। ਮਾਇਆ ਦਾ ਰੋਗ ਬੜਾ ਹੀ ਲੰਮਾ, ਅਸਾਧਿਓ, ਜਿਹਦਾ ਇਲਾਜ ਹੀ ਕੋਈ ਨਹੀਂ ਹੈਗਾ। ਮਾਇਆ ਦਾ ਰੋਗ ਜਿਹਨੂੰ ਚੰਬੜ ਗਿਆ ਕਹਿੰਦੇ ਦਾ ਕੋਈ ਇਲਾਜ ਨਹੀਂ ਹੈ, ਇਹ ਬੜਾ ਲੰਮਾ ਰੋਗ ਹੈ। ਦਿਨੇ ਵਿਕਾਰ ਕਰਤ ਸ਼ਰਮ ਪਾਇਓ। ਦਿਨੇ ਬੁਰਾਈਆਂ ਕਰਦਾ ਕਰਦਾ ਥੱਕ ਜਾਂਦਾ ਹੈ, ਸ਼ਰਮ ਥੱਕ ਜਾਂਦਾ। ਨੈਣੀ ਨੀਂਦ ਸੁਪਨ ਬਰੜਾਏ। ਰਾਤ ਨੂੰ ਸੌਂਦਾ ਫਿਰ ਬਰੜਾਉਂਦਾ, ਘਬਰਾ ਕੇ ਉੱਠਦਾ ਹੈ, ਜੀ ਮੈਨੂੰ ਬੜਾ ਡਰਾਉਣਾ ਸੁਪਨਾ ਹੈ ਜੀ, ਮੈਨੂੰ ਆਹ ਹੈ ਜੀ। ਕਈ ਨੀਂਦ ਦੇ ਵਿੱਚ ਬੋਲਦੇ ਰਹਿੰਦੇ ਨੇ, ਬਰੜਾਉਂਦੇ ਰਹਿੰਦੇ ਨੇ, ਕਿਉਂ? ਜਿਹੜੇ ਪੁੱਠੇ ਕੰਮ ਕਰਦੇ ਰਹੇ। ਰਾਤ ਨੂੰ ਫਿਰ ਸੁਪਨਾ ਵਧੀਆ ਕਿੱਥੋਂ ਆਉਣਾ ਜੀ? ਜੋ ਅਸੀਂ ਦਿਨੇ ਸੋਚਦੇ ਰਹਿੰਦੇ ਨੇ, ਰਾਤ ਨੂੰ ਉਹੀ ਸੁਪਨਾ ਬਣ ਕੇ ਆਉਂਦਾ ਹੈ। ਹਰ ਬਿਸਰਤ ਹੋਵਤ ਇਹ ਹਾਲ। ਹਰੀ ਨੂੰ ਭੁਲਾਉਣ ਨਾਲ ਮਨੁੱਖ ਦਾ ਇਹ ਹਾਲ ਹੋ ਜਾਂਦਾ ਹੈ। ਸ਼ਰਨ ਨਾਨਕ ਪ੍ਰਭ ਪੁਰਖ ਦਿਆਲ। ਪਰਮਾਤਮਾ ਜੋ ਦਿਆਲੂ ਹੈ, ਇਹ ਇਨਸਾਨ ਉਹਦੀ ਸ਼ਰਨ 'ਚ ਆਉਣਾ ਚਾਹੀਦਾ, ਤਾਂ ਤੈਨੂੰ ਕਿਤੇ ਸੁੱਖ ਮਿਲੇਗਾ। ਕਿਉਂਕਿ ਸ਼ੁਭ ਕਰਮਾਂ ਤੋਂ ਬਿਨਾਂ ਸੁੱਖ ਨਹੀਂ ਮਿਲਿਆ ਕਰਦਾ। ਭੈੜੇ ਕੰਮ ਕਰਕੇ ਸੁੱਖ ਦੀ ਆਸ ਰੱਖਣਾ, ਇਹ ਤਾਂ ਉਂਝ ਹੀ ਮੂਰਖਤਾ ਹੈ। ਮੰਦੇ ਕੰਮੀ ਨਾਨਕਾ ਜਦ ਕਦ ਮੰਦਾ ਹੋਏ। ਮੰਦੇ ਕੰਮਾਂ ਦਾ ਨਤੀਜਾ ਤਾਂ ਮੰਦਾ ਹੀ ਨਿਕਲਣਾ ਹੈ। ਭੈੜੇ ਕੰਮ ਕਰਕੇ ਜੇ ਸਮਝੇ ਮੈਨੂੰ ਸੁੱਖ ਮਿਲੇਗਾ, ਉਹ ਤਾਂ ਮੂਰਖਤਾ ਹੈ। ਸ਼ੁਭ ਕਰਮਾਂ ਦਾ ਰਿਜ਼ਲਟ ਹੀ ਸੁੱਖ ਹੋਇਆ ਕਰਦਾ। ਦੂਸਰਾ ਹੁੰਦਾ ਪਰਮਾਤਮਾ ਦਾ ਨਾਮ ਜਪ ਕੇ। ਜਿਹੜਾ ਸ਼ੁਭ ਕਰਮ ਕਰਦਾ ਤੇ ਨਾਲ ਨਾਮ ਜਪਦਾ, ਉਹ ਤੇ ਮੌਜਾਂ ਕਰਦਾ ਹੈ। ਸ਼ਲੋਕ। 4 ਕੁੰਟ 14 ਭਵਨ ਸਗਲ ਵਿਆਪਤ ਰਾਮ। ਕੁੰਟ ਦੀਆਂ ਦਿਸ਼ਾਵਾਂ, ਚਾਰੇ ਦਿਸ਼ਾਵਾਂ ਵਿੱਚ 14 ਭਵਨ, 14 ਭਵਨਾਂ 'ਚ 7 ਆਕਾਸ਼ ਅਤੇ 7 ਪਤਾਲ। 14 ਪੁਰੀਆਂ ਵੀ ਹਿੰਦੂ ਵੀਰ ਕਹਿੰਦੇ ਨੇ। ਸਗਲ ਵਿਆਪਤ ਰਾਮ, ਪਰਮਾਤਮਾ ਸਭ ਦੇ ਵਿੱਚ ਵਸਦਾ ਹੈ, ਸਾਰੇ ਭਵਨਾਂ 'ਚ ਵਸਦਾ ਹੈ, ਸਾਰੀਆਂ ਦਿਸ਼ਾਵਾਂ ਦੇ ਵਿੱਚ ਪਰਮਾਤਮਾ ਵਸਦਾ ਹੈ। ਨਾਨਕ ਊਣ ਨਾ ਦੇਖੀਏ ਪੂਰਨਤਾ ਕੇ ਕੰਮ। ਉਹਦੇ ਕੰਮ ਪੂਰਨ ਨੇ, ਉਹਨਾਂ 'ਚ ਕੋਈ ਊਣਤਾ ਨਹੀਂ ਵੇਖੀ ਜਾਂਦੀ। ਪਰਮਾਤਮਾ ਜੋ ਕਰਦਾ ਉਹ ਠੀਕ ਕਰਦਾ ਹੈ, ਉਹ ਰਤੀ ਭਰ ਵੀ ਗਲਤ ਨਹੀਂ ਕਰਦਾ ਹੈ। ਹਾਂ, ਸਾਡੀਆਂ ਨਜ਼ਰਾਂ 'ਚੋਂ ਠੀਕ ਨਹੀਂ, ਕਿਉਂਕਿ ਜਿਵੇਂ ਅਸੀਂ ਚਾਹੁੰਦੇ ਸੀ ਉਵੇਂ ਉਸਨੇ ਨਹੀਂ ਕੀਤਾ। ਅਸੀਂ ਕਹਿੰਦੇ ਪਰਮਾਤਮਾ ਨੇ ਠੀਕ ਨਹੀਂ ਕੀਤਾ। ਅਸੀਂ ਪਰਮਾਤਮਾ ਦੀ ਰਜ਼ਾ ਨੂੰ ਆਪਣੇ ਪੁਆਇੰਟ ਤੋਂ ਪਰਖਦੇ ਹਾਂ। ਉਹਨੇ ਤਾਂ ਸਾਰੇ ਸੰਸਾਰ ਦਾ ਖਿਆਲ ਰੱਖਣਾ। ਬਾਪ ਦੇ 5 ਪੁੱਤਰ ਨੇ, ਉਹਨੇ ਤਾਂ 5 ਪੁੱਤਰਾਂ ਦਾ ਖਿਆਲ ਰੱਖਣਾ, ਉਹਨੇ ਤਾਂ 5 ਦਾ ਖਿਆਲ ਰੱਖਣਾ। ਇੱਕ ਕਹਿੰਦਾ ਨਹੀਂ ਮੈਨੂੰ ਜ਼ਿਆਦਾ ਮਿਲਣਾ ਚਾਹੀਦਾ, ਮੈਨੂੰ ਜ਼ਿਆਦਾ ਮਿਲਣਾ ਚਾਹੀਦਾ, ਉਹਨੇ ਤਾਂ 5 ਦਾ ਖਿਆਲ ਰੱਖਣਾ। ਬਾਪ ਤੇ ਫਿਰ ਵੀ ਸੰਸਾਰੀ ਬੰਦਾ ਹੈ, ਉਹ ਪੱਖਪਾਤ ਕਰ ਸਕਦਾ ਹੈ, ਪਰ ਪਰਮਾਤਮਾ ਕਿਤੇ ਕੋਈ ਪਰਵਾਹ ਨਹੀਂ ਹੈਗੀ, ਉਹ ਕਿਸੇ ਨਾਲ ਪੱਖਪਾਤ ਨਹੀਂ ਕਰਦਾ। ਬਾਪ ਤਾਂ ਮੈਂ ਬਥੇਰੇ ਦੇਖੇ ਨੇ, ਇੱਕ ਪੁੱਤਰ ਵੱਲ ਝੁਕਾਅ ਹੁੰਦਾ, ਦੂਜੇ ਵੱਲ ਨਹੀਂ ਵੀ ਹੁੰਦਾ, ਨਹੀਂ ਹੁੰਦਾ। ਇੱਕ ਨੂੰ ਸਾਰਾ ਕੁਝ ਦੇ ਦਿੰਦਾ, ਦੂਜੇ ਨੂੰ ਜਿਹੜਾ ਹੈ ਬੇਦਖਲ ਕਰ ਦਿੰਦਾ, ਪੰਜਕਨ ਤੋਂ ਲੱਗਦਾ ਹੈ। ਪਰ ਪਰਮਾਤਮਾ ਅਜਿਹਾ ਨਹੀਂ ਕਰਦਾ। ਉਹੀ ਤਾਂ ਪਰਮਾਤਮਾ ਪੱਖਪਾਤ ਕਰਦਾ। ਤੁਸੀਂ ਕਹੋ ਕਿਵੇਂ? ਉਹ ਕਹਿੰਦਾ ਜਿਹੜਾ ਮੇਰਾ ਨਾਮ ਜਪੂਗਾ ਉਹਨੂੰ ਮੈਂ ਸਭ ਕੁਝ ਦੇਊਂ, ਜਿਹੜਾ ਮੇਰਾ ਨਾਮ ਨਹੀਂ ਜਪੂਗਾ ਜਾ ਕਰੀ ਜਾ ਭਰੀ ਜਾ। ਜਿਹੜਾ ਮੇਰਾ ਨਾਮ ਜਪੇਗਾ ਉਹਦੇ ਮੈਂ ਕਾਰਜ ਸਵਾਰਾਂਗਾ, ਉਹਨੂੰ ਮੈਂ ਪਿਆਰ ਕਰਾਂਗਾ। ਮੇਰਾ ਨਾਮ ਜਪਦਾ ਹੈ, ਉਹਦੀ ਮੈਂ ਬੱਲੇ ਬੱਲੇ ਕਰਾਵਾਂਗਾ।
ਉਹ ਮੇਰਾ ਨਾਮ ਜਪਦਾ ਹੈ, ਉਹਨੂੰ ਮੈਂ ਅਮੀਰ ਕਰਾਂਗਾ, ਮੇਰਾ ਨਾਮ ਜਪਦਾ ਉਹ। ਇਸ ਪੁਆਇੰਟ 'ਤੇ ਤਾਂ ਹੋ ਗਿਆ ਨਾ ਪੱਖਪਾਤੀ। ਉਹਦਾ ਵੀ ਇੱਕ ਸਟੈਂਡਰਡ ਰੱਖਿਆ, ਜਿਹੜਾ ਮੇਰਾ ਨਾਮ ਜਪੇਗਾ ਮੈਂ ਤਾਂ ਉਹਨੂੰ ਪਿਆਰ ਕਰਾਂਗਾ, ਬਾਕੀ ਆਪਣਾ ਮੌਜ ਕਰੋ। ਬਾਪੂ ਵੀ ਕਹਿੰਦਾ ਜਿਹੜਾ ਮੇਰਾ ਹੁਕਮ ਮੰਨੂਗਾ ਮੈਂ ਤਾਂ ਉਹਨੂੰ ਪਿਆਰ ਕਰਾਂਗਾ, ਜਿਹੜਾ ਮੇਰੇ ਅੱਗੇ ਬੋਲਦਾ ਜਾਂ ਦਫਾ ਹੋ, ਮੈਂ ਤੈਨੂੰ ਨਹੀਂ ਦਿੰਦਾ, ਮੇਰੀ ਮਰਜ਼ੀ, ਮੇਰੀ ਪ੍ਰੋਪਰਟੀ ਹੈ। ਬਾਪ ਦੀ ਜਿਹੜੀ ਆਪਣੀ ਪ੍ਰੋਪਰਟੀ ਹੈ ਉਹ ਕਿਸੇ ਨੂੰ ਵੀ ਦੇ ਸਕਦਾ, ਪਰ ਬਾਪ ਨੂੰ ਜਿਹੜੀ ਆਪਣੇ ਬਾਪ ਤੋਂ ਪ੍ਰੋਪਰਟੀ ਮਿਲੀ ਹੈ ਉਹ ਇੱਕ ਪੁੱਤਰ ਨੂੰ ਨਹੀਂ ਦੇ ਸਕਦਾ। ਮੰਨ ਲਓ ਬਾਪ ਨੂੰ 25 ਕਿੱਲੇ ਆਪਣੇ ਬਾਪ ਤੋਂ ਜ਼ਮੀਨ ਮਿਲੀ ਹੈ, ਅੱਗੇ ਉਹਦੇ 5 ਪੁੱਤਰ ਨੇ, ਉਹ 5 ਨੂੰ 5-5 ਕਿੱਲੇ ਦੇਣੇ ਪੈਣਗੇ ਕਿਉਂਕਿ ਬਾਪ ਦੇ ਆਪਣੇ ਨਹੀਂ ਹੈਗੇ। ਪਰ ਬਾਪ ਨੇ ਆਪ ਜਿਉਂਦੇ 5 ਕਿੱਲੇ ਆਪ ਖਰੀਦੇ, ਉਹ 5 ਕਿੱਲੇ ਕਿਸੇ ਨੂੰ ਵੀ ਦੇ ਸਕਦਾ, ਇਹ ਤਾਂ ਵੀ ਮੇਰੇ ਨੇ। ਕਾਨੂੰਨ ਕਹਿੰਦਾ ਉਹ 25 ਕਿੱਲੇ ਤਾਂ ਤੇਰੇ ਹੈ ਹੀ ਨਹੀਂ ਸੀ, ਉਹ ਤਾਂ ਤੇਰੇ ਬਾਪ ਦੇ ਸਨ, ਤੂੰ ਕੌਣ ਹੈ ਇੱਕ ਨੂੰ ਦੇਣ ਵਾਲਾ? ਹਾਂ 5 ਕਿੱਲੇ ਤੂੰ ਆਪ ਖਰੀਦੇ, ਠੀਕ ਹੈ, ਜਿਹਨੂੰ ਮਰਜ਼ੀ ਦੇ ਦੇ, ਜਿਹਨੂੰ ਮਰਜ਼ੀ ਦੇ ਦੇ। ਸੋ ਇਸ ਲਈ ਆਗਿਆਕਾਰ ਨੂੰ ਹੀ ਫਾਇਦਾ ਹੁੰਦਾ। ਜਿਹੜਾ ਬਾਪੂ ਦਾ ਕਹਿਣਾ ਮੰਨਦਾ ਕੁਦਰਤੀ ਗੱਲ ਹੈ, ਬਾਪੂ ਦਾ ਝੁਕਾਅ ਉਹਦੇ ਵੱਲ ਹੋਏਗਾ। ਜਿਹੜਾ ਰੱਬ ਦੀ ਭਜਨਬੰਦੀ ਕਰਦਾ ਰੱਬ ਦਾ ਉਹਦੇ ਵੱਲ ਝੁਕਾਅ ਹੁੰਦਾ ਹੈ। ਗੱਲ ਤੇ ਆਗਿਆਕਾਰੀ ਹੋਣੇ ਪੈਣ। ਇੱਕ ਪੁੱਤਰ ਅੱਗੇ ਬੋਲਦਾ ਹੈ, ਇੱਕ ਮਾਂ ਪਿਓ ਦੇ ਆਖੇ ਲੱਗਦਾ, ਫਿਰ ਮਾਂ ਪਿਓ ਦੀ ਨਜ਼ਰਾਂ 'ਚ ਜਿਹੜਾ ਆਖੇ ਲੱਗਦਾ ਉਹੀ ਚੰਗਾ ਹੋਇਆ ਨਾ। ਸੋ ਗੁਰੂ ਮਹਾਰਾਜ ਕਹਿੰਦੇ ਪੌੜੀ 14 ਕੁੰਟ ਪ੍ਰਭ ਆਪ, 14ਵੀਂ ਥਿਤ ਹੈ, 4 ਕੁੰਟ ਪ੍ਰਭ ਆਪ। ਪਰਮਾਤਮਾ ਚਾਰੇ ਦਿਸ਼ਾਵਾਂ ਦੇ ਵਿੱਚ ਹੈ। ਸਗਲ ਭਵਨ ਪੂਰਨ ਪ੍ਰਤਾਪ, ਸਾਰੇ ਭਵਨਾਂ 'ਚ ਉਹਦਾ ਤਪ ਤੇਜ ਹੈ। ਸਾਰੇ ਭਵਨਾਂ 'ਚ ਭਾਵ ਸਾਰੀਆਂ ਧਰਤੀਆਂ 'ਤੇ ਉਹਦਾ ਤਪ ਤੇਜ ਹੈ। ਦਸੇ ਦਿਸ਼ਾ ਰਵਿਆ ਪ੍ਰਭ ਏਕ, ਪਰਮਾਤਮਾ ਸਾਰੀਆਂ ਦਿਸ਼ਾ, ਦਸੇ ਦਿਸ਼ ਗਿਣੇ ਗਏ, 10 ਦਿਸ਼ਾਵਾਂ 'ਚ ਪਰਮਾਤਮਾ ਵਸਦਾ ਹੈ, ਰਵਿਆ ਵਸਦਾ ਹੈ। ਤਰਨ ਆਕਾਸ਼ ਸਭ ਮੈਂ ਪ੍ਰਪੇਖ, ਪਰਮਾਤਮਾ ਨੂੰ ਧਰਤੀ 'ਤੇ ਵੀ ਅਤੇ ਆਕਾਸ਼ ਦੇ ਵਿੱਚ ਹੀ, ਸਭ ਦੇ ਵਿੱਚ ਪਰਮਾਤਮਾ ਨੂੰ ਵੇਖੋ ਕਿ ਪਰਮਾਤਮਾ ਸਭ ਦੇ ਵਿੱਚ ਹੈ। ਕੋਈ ਐਸੀ ਥਾਂ, ਕੋਈ ਐਸਾ ਜੀਵ ਨਹੀਂ ਹੈ ਜਿਹਦੇ ਵਿੱਚ ਪਰਮਾਤਮਾ ਨਹੀਂ ਹੈ। ਜੋ ਸਾਡੇ 'ਚ ਪਰਮਾਤਮਾ ਹੈ, ਕੀੜੇ ਵਿੱਚ ਵੀ ਉਹੀ ਪਰਮਾਤਮਾ ਹੈ। ਜਲ ਥਲ ਬਨ ਪਰਬਤ ਪਾਤਾਲ, ਚਾਹੇ ਪਾਣੀ ਹੈ, ਥਲ ਚਾਹੇ ਸੁੱਕੀ ਧਰਤੀ ਹੈ, ਬਨ ਚਾਹੇ ਜੰਗਲ ਹੈ, ਪਰਬਤ ਚਾਹੇ ਪਹਾੜ ਹੈ, ਪਾਤਾਲ ਚਾਹੇ ਹੇਠਲੀ ਧਰਤੀ ਹੈ, ਪਰਮੇਸ਼ਰ ਤਹਿ ਬਸੈ ਦਿਆਲ, ਦਿਆਲੂ ਪਰਮਾਤਮਾ ਉੱਥੇ ਵਸਦਾ ਹੈ। ਭਾਵ ਸਭ ਥਾਂ 'ਤੇ ਪਰਮਾਤਮਾ ਵਸਦਾ ਹੈ। ਸੂਖਮ ਅਸਥੂਲ ਸਗਲ ਭਗਵਾਨ, ਸੂਖਮ ਹੁੰਦਾ ਜਿਹੜਾ ਨਹੀਂ ਦਿਸਦਾ, ਅਸਥੂਲ ਜਿਹੜਾ ਦਿਖਾਈ ਦੇ ਰਿਹਾ ਹੈ। ਪਰਮਾਤਮਾ ਸੂਖਸ਼ਮ ਚੀਜ਼ ਦੇ ਵਿੱਚ ਵੀ ਹੈ ਅਤੇ ਅਸਥੂਲ ਚੀਜ਼ ਦੇ ਵਿੱਚ ਵੀ ਹੈ। ਜਿਹੜੀ ਚੀਜ਼ ਸਾਨੂੰ ਅੱਖਾਂ ਨਾਲ ਦਿਸ ਰਹੀ ਹੈ, ਕਿ ਜੇ ਕੋਈ ਚੀਜ਼ ਦੀ ਸ਼ਕਲ ਹੋਵੇਗੀ ਤਾਂ ਹੀ ਅੱਖਾਂ ਨਾਲ ਦਿਸੇਗੀ ਨਾ। ਜਿਹੜੀ ਹੈ ਹੀ ਸੂਖਸ਼ਮ ਹਵਾ ਹੈ, ਹਵਾ ਦਿਸਦੀ ਨਹੀਂ, ਪਰ ਜਦੋਂ ਹਵਾ ਚੱਲਦੀ ਆਪਾਂ ਇਹ ਕਹਿੰਦੇ ਹਵਾ ਚੱਲ ਰਹੀ ਹੈ, ਹਵਾ ਰੁਕ ਗਈ ਹੈ, ਇਹ ਪਤਾ ਲੱਗ ਰਿਹਾ ਹਵਾ ਰੁਕ ਗਈ, ਕਿ ਪਰ ਇਹ ਨਹੀਂ ਕੋਈ ਦੱਸਦਾ ਕਿ ਆਹ ਹਵਾ ਹੈ, ਇਹ ਨਹੀਂ ਕੋਈ ਦੱਸ ਸਕਦਾ। ਮੇਰਾ ਜੀ ਸਿਰ ਦਰਦ ਹੁੰਦਾ, ਕਹਿ ਲੈ ਵਿਖਾ ਦਰਦ, ਤੁਸੀਂ ਇਹ ਤਾਂ ਦੱਸੋ ਕਿ ਇੱਥੇ ਦਰਦ ਹੁੰਦਾ। ਨਹੀਂ, ਦਰਦ ਵਿਖਾ ਜਿਹੜਾ ਤੈਨੂੰ ਹੋ ਰਿਹਾ, ਉਹ ਨਹੀਂ ਵਿਖਾ ਸਕਦਾ ਕੋਈ, ਉਹ ਨਹੀਂ ਵਿਖਾ ਸਕਦਾ। ਮਿਰਚ ਬੜੀ ਕੌੜੀ ਹੈ, ਕੁੜਿੱਤਣ ਹੈ, ਕਹਿ ਲੈ ਕੁੜਿੱਤਣ ਵਿਖਾ। ਤੁਸੀਂ ਮਿਰਚ ਵਿਖਾ ਸਕਦੇ, ਕੁੜਿੱਤਣ ਨਹੀਂ ਵਿਖਾ ਸਕਦੇ, ਉਹ ਸਾਰੇ ਸੂਖਸ਼ਮ ਨੇ। ਚੀਜ਼ ਤਾਂ ਹੈ ਪਰ ਉਹ ਸੂਖਸ਼ਮ ਹੋਣ ਕਰਕੇ ਸਾਨੂੰ ਵਿਖਾਈ ਨਹੀਂ ਦਿੰਦੇ। ਸਥੂਲ ਹੈ ਜਿਹੜੀ ਇਹਨਾਂ ਅੱਖਾਂ ਨਾਲ ਵਿਖਾਈ ਦੇ ਰਹੀ ਹੈ। ਸਗਲ ਭਗਵਾਨ ਪਰਮਾਤਮਾ ਸਾਰਿਆਂ ਦੇ ਵਿੱਚ ਹੈ, ਚਾਹੇ ਸੂਖਮ ਹੈ ਚਾਹੇ ਅਸਥੂਲ ਹੈ। ਨਾਨਕ ਗੁਰਮੁਖ ਬ੍ਰਹਮ ਪਛਾਣ, ਗੁਰੂ ਦੇ ਆਖੇ ਲਾ ਕੇ ਪਰਮਾਤਮਾ ਦੀ ਪਹਿਚਾਣ ਹੁੰਦੀ ਹੈ। ਜਿਹਨੇ ਪਰਮਾਤਮਾ ਨੂੰ ਜਾਣਨਾ ਨਾ,
ਉਹਨੂੰ ਗੁਰਮੁਖ ਬਣਨਾ ਪੈਣਾ। ਗੁਰਮੁਖ ਉਹ ਨਹੀਂ ਤਾਂ ਕਿ ਜਿਹਨੇ ਅੰਮ੍ਰਿਤ ਛਕ ਲਿਆ ਜੀ ਗੁਰਮੁਖ ਹੋ ਗਿਆ ਹੈ, ਇਹਦੇ ਗੁਰੂ ਧਾਰਨ ਕੀਤਾ ਹੈ। ਪਰ ਜਿੰਨਾ 'ਚ ਅਸੀਂ ਗੁਰੂ ਦੇ ਆਖੇ ਨਹੀਂ ਲੱਗਦੇ ਉਹਨਾਂ ਚਿਰ ਗੁਰੂ ਦੀ ਖੁਸ਼ੀ ਸਾਡੇ 'ਤੇ ਨਹੀਂ ਹੋਵੇਗੀ। ਗੁਰਮੁਖ ਉਹ ਹੁੰਦਾ ਜਿਹੜਾ ਗੁਰੂ ਦੇ ਆਖੇ ਲੱਗੇ, ਜਿਹਦਾ ਜੀਵਨ ਗੁਰਬਾਣੀ ਅਨੁਸਾਰ ਹੈ, ਉਹ ਅਸਲ 'ਚ ਗੁਰਮੁਖ ਹੈ। ਅਤੇ ਉਹ ਵਿਰਲੇ ਟਾਵੇਂ ਹੁੰਦੇ ਨੇ, ਉਹ ਵਿਰਲੇ ਟਾਵੇਂ ਹੁੰਦੇ ਨੇ। ਸੋ ਗੁਰਮੁਖ ਜਿਹੜਾ ਹੈ ਉਹ ਪਰਮਾਤਮਾ ਨੂੰ ਜਾਣ ਲੈਂਦਾ, ਉਹਨੂੰ ਪਹਿਚਾਣ ਲੈਂਦਾ, ਭਾਵ ਜਾਣ ਲੈਂਦਾ। ਸ਼ਲੋਕ ਆਤਮ ਜੀਤਾ ਗੁਰਮਤਿ ਗੁਣ ਗਾਏ ਗੋਬਿੰਦ। ਆਤਮ ਭਾਵ ਮਨ, ਇੱਥੇ ਮਨ ਤੋਂ ਭਾਵ ਗੁਰੂ ਦੀ ਮੱਤ 'ਤੇ ਚੱਲ ਕੇ, ਗੁਰਮਤਿ ਗੁਰੂ ਦੀ ਮੱਤ 'ਤੇ ਚੱਲ ਕੇ ਗੁਣ ਗਾਏ ਗੋਬਿੰਦ। ਪਰਮਾਤਮਾ ਦੇ ਗੁਣ ਗਾ ਕੇ ਮਨੁੱਖ ਇਸ ਮਨ ਨੂੰ ਜਿੱਤ ਸਕਦਾ ਹੈ। ਮਨ ਜੀਤਾ ਜਗ ਜੀਤ, ਸਮਝੋ ਸਾਰਾ ਸੰਸਾਰ ਹੀ ਜਿੱਤ ਲਿਆ ਜਿਹਨੇ ਮਨ ਨੂੰ ਜਿੱਤ ਲਿਆ। ਪਰਮਾਤਮਾ ਦੇ ਗੁਣ ਗਾਉਣੇ ਨੇ ਅਤੇ ਗੁਰੂ ਦੀ ਮੱਤ ਅਨੁਸਾਰ ਚੱਲਣਾ ਹੈ, ਫਿਰ ਮਨੁੱਖ ਇਸ ਮਨ ਨੂੰ ਜਿੱਤ ਲੈਂਦਾ ਹੈ। ਸੰਤ ਪ੍ਰਸਾਦੀ ਭੈ ਮਿਟੇ ਨਾਨਕ ਬਿਨਸੀ ਚਿੰਤ। ਸੰਤ ਭਾਵ ਗੁਰੂ, ਪ੍ਰਸਾਦੀ ਮੈਨੇ ਕਿਰਪਾ ਨਾਲ, ਗੁਰੂ ਦੀ ਕਿਰਪਾ ਨਾਲ ਜਿਹੜਾ ਭੈ ਹੈ, ਡਰ ਹੈ, ਉਹ ਖਤਮ ਹੋ ਜਾਂਦੇ। ਨਾਨਕ ਬਿਨਸੀ ਚਿੰਤ, ਚਿੰਤ ਮੈਨੇ ਚਿੰਤਾ, ਬਿਨਸੀ ਮੈਨੇ ਖਤਮ ਹੋ ਗਈ ਅਤੇ ਚਿੰਤਾ ਖਤਮ ਹੋ ਜਾਂਦੀ। ਕਿ ਜੋ ਗੁਰੂ ਦੀ ਕਿਰਪਾ ਦੀ ਬੰਦਾ ਫਿਰ ਨਾਮ ਜਪਦਾ, ਸ਼ੁਭ ਕਰਮ ਕਰਦਾ ਹੈ, ਇਹਦਾ ਫਿਰ ਡਰ ਖਤਮ ਹੋ ਜਾਂਦਾ। ਆਪਾਂ ਜਦੋਂ ਕੋਈ ਗਲਤ ਕੰਮ ਕਰਦੇ ਤਾਂ ਹੀ ਡਰਦੇ ਹਾਂ, ਤਾਂ ਕਿ ਪੱਲੇ ਹੋਵੇ ਸੱਚ ਕੁੱਠ ਚੜ੍ਹ ਕੇ ਨੱਚੇ। ਜੋ ਮਨੁੱਖ ਗਲਤ ਕੰਮ ਕਰਦਾ ਉਹਨੂੰ ਹੀ ਡਰ ਹੁੰਦਾ, ਕਦੇ ਨਾ ਕਦੇ ਮੈਂ ਫੜਿਆ ਨਾ ਜਾਵਾਂ। ਇੱਕ ਕਰਮਚਾਰੀ ਰਿਸ਼ਵਤ ਨਹੀਂ ਲੈਂਦਾ, ਇੱਕ ਰਿਸ਼ਵਤ ਲੈ ਰਿਹਾ ਹੈ। ਸਭ ਤੋਂ ਪਹਿਲੀ ਵਾਰ 1969 ਦੇ ਵਿੱਚ ਮੈਨੂੰ ਰਿਸ਼ਵਤ ਦੇਣ ਦਾ ਮੌਕਾ ਮਿਲਿਆ। ਮੈਨੂੰ ਹੈਡਮਾਸਟਰ ਨੇ ਕਿਹਾ ਵੀ ਆ ਬਿੱਲ ਪਾਸ ਕਰਾ ਕੇ ਲਿਆਉਣੇ। 3-3 ਮਹੀਨੇ ਤਨਖਾਹ ਦੇ ਬਿੱਲ ਪਾਸ ਹੁੰਦੇ ਸਨ। ਉਦੋਂ ਪ੍ਰਾਈਵੇਟ ਸਕੂਲ ਸੀ। 95% ਜਿਹੜੇ ਹੈ ਤਨਖਾਹ ਗੌਰਮੈਂਟ ਦਿੰਦੀ ਸੀ, 5% ਕਹਿੰਦੇ ਸੀ ਜਿਹੜੀ ਸਕੂਲ ਕਮੇਟੀ ਉਹ ਦੇਵੇ। ਉਹਨਾਂ ਕੀ ਦੇਣੀ ਸੀ? ਦਸਤਖਤ ਸਾਡੇ ਤਾਂ ਪੂਰੀ ਦੇ ਕਰਾ ਲੈਂਦੇ ਸਨ, 95% ਦੇ ਦਿੰਦੇ ਸਨ। ਸਾਨੂੰ ਵੀ ਪਤਾ ਸੀ ਵੀ ਇਹ ਕਿਥੋਂ ਇਹਨੇ ਪੈਸੇ ਦੇਣ। ਖੈਰ ਉਹ ਕਹਿੰਦਾ ਵੀ ਬਿੱਲ ਪਾਸ ਕਰਾ ਕੇ ਲਿਆ, ਉਹਨੂੰ 50 ਰੁਪਏ ਕਲਰਕ ਨੂੰ ਦੇ ਦੀ, ਛੇਤੀ ਕੰਮ ਹੋ, ਨਹੀਂ ਤਾਂ ਐਵੇਂ ਤੇਰੇ ਗੇੜੇ 'ਚ ਲਵਾਈ ਜਾਏਗਾ। ਚਲੋ ਮੈਂ ਅੰਬਾਲੇ ਚਲਿਆ ਗਿਆ। ਮੈਂ ਕਲਰਕ ਨੂੰ ਕਿਹਾ ਕੀ ਸੇਵਾ ਕਰੀਏ? ਕਹਿੰਦਾ 50 ਰੁਪਈਏ ਦੇ ਦਿਓ। ਮੈਂ ਆ ਜਾਓ ਜੀ। ਫਿਰ ਉੱਥੇ ਤਾਂ ਲੈਣੇ ਸੀ, ਉਹਦੇ ਡਰਦੇ ਸਨ। ਹੁਣ ਤਾਂ ਚਲੋ ਓਪਨ ਹੀ ਹੋ ਗਏ। ਵਾਸ਼ ਜਿੱਥੇ ਅਸੀਂ ਪਿਸ਼ਾਬ ਕਰਦੇ ਸੀ ਉੱਥੇ ਮੈਨੂੰ ਲੈ ਗਏ। ਉੱਥੇ ਜਾ ਕੇ ਉਹਨੇ 50 ਰੁਪਈਏ ਡਰਦੇ ਨੇ ਫੜੇ ਵੀ ਕੋਈ ਵੇਖ ਨਾ ਲਵੇ ਵੀ ਇਹ ਰਿਸ਼ਵਤ ਲੈ ਰਿਹਾ। ਮੈਂ ਦੇਖ ਇਹ ਗਲਤ ਕੰਮ ਹੈ ਤਾਂ ਹੀ ਡਰ ਰਿਹਾ ਨੇ। ਮੈਨੂੰ ਕਹਿੰਦਾ ਆ ਪਿਸ਼ਾਬ ਕਰ ਆਈਏ। ਮੈਂ ਗਲਤ ਸਮਝ ਗਿਆ, ਮੈਂ ਕਿਹੜਾ ਕੋਈ ਨਹੀਂ ਆਉਣਾ ਸੀ। ਹਾਂ ਚਲੋ ਉਹ ਇਸ ਪਾਸੇ ਹੋ ਗਿਆ, ਮੈਂ ਇਸ ਪਾਸੇ ਹੋ ਗਿਆ। ਰੁਪਈਏ 50 ਕੱਢੇ ਮੈਨੂੰ ਦੇ ਅਤੇ ਤੀਜਾ ਗੋਤੇ ਹੈ ਨਹੀਂ ਸੀ। ਤਾਂ ਫਿਰ ਮੈਂ ਸੋਚਿਆ ਵੀ ਦੇਖ ਡਰ ਰਿਹਾ ਹੈ। ਜਦੋਂ ਮਨੁੱਖ ਗਲਤ ਕੰਮ ਕਰਦਾ ਹੈ ਉਹ ਡਰਦਾ ਹੈ। ਜਦੋਂ ਕੰਮ ਹੀ ਸਹੀ ਨੇ ਇਸ ਲਈ ਭੈ ਰਹਿਤ ਹੋ ਜਾਂਦਾ, ਉਹਨੂੰ ਫਿਰ ਡਰ ਨਹੀਂ ਹੁੰਦਾ। ਕਹਿੰਦਾ ਮੈਂ ਕਿਹੜਾ ਕੋਈ ਗਲਤ ਕੰਮ ਕਰਦਾ, ਮੈਨੂੰ ਕਾਹਦਾ ਡਰ ਹੈ। ਉਹਦੀ ਚਿੰਤਾ ਖਤਮ ਹੋ ਜਾਂਦੀ ਹੈ। ਇਸ ਲਈ ਗੁਰੂ ਦੀ ਕਿਰਪਾ ਹੁੰਦੀ। ਜਦੋਂ ਮਨੁੱਖ ਪਰਮਾਤਮਾ ਦੇ ਗੁਣ ਗਾਉਂਦਾ ਹੈ, ਗੁਰੂ ਦੀ ਮੱਤ 'ਤੇ ਚੱਲਦਾ ਹੈ, ਫਿਰ ਗੁਰੂ ਦੀ ਕਿਰਪਾ ਹੋ ਜਾਂਦੀ ਹੈ। ਸਾਰੇ ਡਰ ਖਤਮ ਹੋ ਜਾਂਦੇ ਨੇ, ਚਿੰਤਾ ਖਤਮ ਹੋ ਜਾਂਦੀ ਹੈ। ਸਤਿਕਾਰਯੋਗ ਸਾਧ ਸੰਗਤ ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।